ਸਵਾਗਤ ਕਰਦੇ ਹਾਂ ਜੀ ਧਾਲੀਵਾਲ ਕਲਾਸਿਸ ਦੇ ਵਿੱਚ ਜੋ ਮਾਸਟਰ ਕੇਡਰ ਦੇ ਨਾਲ ਸੰਬੰਧਿਤ ਚੱਲ ਰਹੀਆਂ ਨੇ। ਤਾਂ ਉਸ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਕਹਾਣੀਕਾਰ ਦੇ ਬਾਰੇ। ਵਿਸ਼ੇਸ਼ ਜੋ ਡਿਟੇਲ ਵੀਡੀਓ ਹੁੰਦੀ ਆ ਉਸ ਦੀ ਆਪਾਂ ਚਰਚਾ ਕਰ ਰਹੇ ਹਾਂ, ਜਿਸ ਦੇ ਵਿੱਚ ਕਹਾਣੀਕਾਰ ਦੀਆਂ ਕਹਿ ਲਓ ਜੀ ਸਿਰਫ ਕਹਾਣੀਆਂ 'ਤੇ ਆਪਣਾ ਫੋਕਸ ਰਹਿੰਦਾ। ਕਿਹੜੇ ਸੰਗ੍ਰਹਿ ਦੇ ਵਿੱਚ ਕਿਹੜੀਆਂ ਕਹਾਣੀਆਂ ਨੇ, ਉਹਦੇ ਵਿਸ਼ੇ ਕੀ ਨੇ ਜੀ, ਇਹ ਚੀਜ਼ ਆਪਾਂ ਦੇਖਦੇ ਹਾਂ। ਤਾਂ ਉਹਦੇ ਵਿੱਚ ਕਹਾਣੀਆਂ ਕਿਹੜੀਆਂ ਕਿਹੜੀਆਂ ਰੱਖੀਆਂ ਗਈਆਂ ਨੇ ਉਹਨਾਂ 'ਤੇ ਚਰਚਾ ਹੁੰਦੀ ਹੈ ਥੋੜ੍ਹੀ ਬਹੁਤ। ਇਸ ਤੋਂ ਇਲਾਵਾ ਆਪਾਂ ਉਹਨਾਂ ਦੇ ਬਾਕੀ ਜਿਹੜੇ ਪੱਖ ਹੈ ਉਹਨਾਂ ਨੂੰ ਇੱਕ ਵੀਡੀਓ ਪਹਿਲਾਂ ਹੀ ਕਰ ਚੁੱਕੇ ਹਾਂ, ਜਿਹੜੀ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਜੀਵਨ ਦੇ ਜੋ ਪਾਰਟ ਨੇ ਅਲੱਗ-ਅਲੱਗ ਆਪਾਂ ਉਹਨਾਂ ਦੀ ਗੱਲ ਕੀਤੀ ਹੋਈ ਹੈ ਕਿ ਜਿਸ ਵਿੱਚ ਉਹ ਜੀਵਨ ਦੇ ਕਹਿ ਲਓ ਜੀ ਉਹਨਾਂ ਨੂੰ ਕਿਹੜਾ ਅਵਾਰਡ ਮਿਲਿਆ, ਕਿਹੜੀ ਰਚਨਾ ਲਿਖੀ ਹੈ, ਉਸ ਦੇ ਬਾਰੇ ਆਪਾਂ ਕੋਲ ਪਾਰਟ ਪਹਿਲਾਂ ਮੌਜੂਦ ਹੈਗਾ, ਜਿਹਨੂੰ ਤੁਸੀਂ ਦੇਖ ਸਕਦੇ ਹੋ। ਉਹਨਾਂ ਦੇ ਜੀਵਨ ਦੇ ਬਾਰੇ, ਉਹਨਾਂ ਦੇ ਕਹਿ ਲਓ ਸ਼ੁਰੂਆਤੀ ਦਿਨਾਂ ਦੇ ਬਾਰੇ, ਕਿਵੇਂ ਕਿਵੇਂ ਮਿਹਨਤ ਕਰਕੇ ਅੱਗੇ ਵਧੇ ਨੇ, ਉਹਨਾਂ ਦੇ ਬਾਰੇ ਸਾਰੀ ਗੱਲ ਵੇਖਣ ਨੂੰ ਮਿਲਦੀ ਹੈ। ਕੁਛ ਹੱਦ ਤੱਕ ਉਹਨਾਂ ਦੇ ਕਹਿ ਲਓ ਜੀ ਰਚਨਾਵਾਂ ਦੇ ਪੱਖਾਂ ਦੀ ਗੱਲ ਕੀਤੀ ਹੋਈ ਆ, ਸਾਰੀਆਂ ਰਚਨਾਵਾਂ ਦੇ ਨਾਮਾਂ ਦੀ ਗੱਲ ਕੀਤੀ ਹੋਈ ਆ ਪਹਿਲੇ ਪਾਰਟ ਦੇ ਵਿੱਚ। ਲਿੰਕ ਤੁਹਾਨੂੰ ਮਿਲ ਜਾਏਗਾ ਵੀਡੀਓ ਦੇ ਨੀਚੇ ਉੱਥੋਂ। ਅਤੇ ਇਸ ਤੋਂ ਇਲਾਵਾ ਜੀ ਤੁਸੀਂ ਦੇਖ ਸਕਦੇ ਹੋ ਉਹਨਾਂ ਨਾਲ ਸੰਬੰਧਿਤ ਹੋਰ ਜਾਣਕਾਰੀ ਲੈਣੀ ਹੋਵੇ ਜੀ ਆਪਣੀ ਵੈਬਸਾਈਟ ਤੋਂ ਮਿਲ ਸਕਦੀ ਹੈ। ਅੱਜ ਦਾ ਆਪਣੇ ਕਹਾਣੀਕਾਰ ਹੈ ਜੀ ਅਜੀਤ ਕੌਰ। ਅਜੀਤ ਕੌਰ ਜੀ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਕਹਾਣੀ ਖੇਤਰ ਵਿੱਚ ਇੱਕ ਵਿਲੱਖਣ ਥਾਂ ਹੈਗਾ ਕਿ ਜਦੋਂ ਕਹਾਣੀਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਦੀਆਂ ਕਹਾਣੀਆਂ ਵਿੱਚ ਕੀ ਵਿਲੱਖਣਤਾ ਹੈਗੀ ਆ, ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ, ਚਰਚਾ ਦਾ ਵਿਸ਼ਾ ਰਹੇਗਾ। ਹਾਂਜੀ, ਅਜੀਤ ਕੌਰ ਜੀ ਦੇ ਬਾਰੇ ਹੈ। ਉਹਨਾਂ ਨੇ ਨਾਵਲ, ਸਵੈ ਜੀਵਨੀ, ਰੇਖਾ ਚਿੱਤਰ, ਵਾਰਤਕ ਆਦਿ ਦੇ ਖੇਤਰਾਂ ਦੇ ਵਿੱਚ ਕਲਮ ਅਜ਼ਮਾਈ ਹੈ। ਉਹਨਾਂ ਦੀ ਸ਼ੁਰੂਆਤ ਆਪਾਂ ਗੱਲ ਕਰਦੇ ਹਾਂ ਜੀ ਪਹਿਲੀ ਕਹਾਣੀ ਦੀ ਆਪਾਂ ਗੱਲ ਕਰੀਏ ਤਾਂ ਉਹ ਕਿਹੜੀ ਸੀਗੀ ਜੀ, ਮੁਲਾਕਾਤ 1948 ਦੇ ਵਿੱਚ ਕਾਲਜ ਦੇ ਦੌਰਾਨ ਉਹਨਾਂ ਨੇ ਲਿਖੀ ਸੀਗੀ। ਅਤੇ ਉਹਨਾਂ ਨੇ ਕੀ ਕੀਤਾ ਜੀ, ਇਸਤਰੀ ਦੀ ਸਮਾਜਿਕ ਸਥਿਤੀ, ਦੱਬੇ ਕੁਚਲੇ ਅਰਮਾਨਾਂ ਨੂੰ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ। ਉਹ ਇੱਕ ਇਸਤਰੀ ਹੋਣ ਦੇ ਨਾਂ 'ਤੇ ਜੀ ਇਸਤਰੀ ਦੀ ਜੋ ਦਸ਼ਾ ਸੀ ਉਸ ਨੂੰ ਚੰਗੀ ਤਰ੍ਹਾਂ ਬਿਆਨ ਕਰ ਸਕੇ ਹੈ। ਇਸੇ ਕਰਕੇ ਉਹਨਾਂ ਦੀ ਜਿਹੜੀ ਹੈਗੀ ਕਹਾਣੀ ਖੇਤਰ ਵਿੱਚ ਇੱਕ ਵਿਲੱਖਣਤਾ ਹੈਗੀ ਹੈ। ਉਹਨਾਂ ਦੀਆਂ ਵਧੇਰੇ ਕਹਾਣੀਆਂ ਦੇ ਵਿੱਚ ਇਸਤਰੀ ਮਰਦ ਦੇ ਰਿਸ਼ਤੇ ਹੀ ਸ਼ਾਮਲ ਹੁੰਦੇ ਆ। ਪੰਜਾਬ ਦੇ ਸੰਕਟ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਕਈ ਕਹਾਣੀਆਂ ਨੇ। ਇਸ ਤੋਂ ਇਲਾਵਾ ਜੀ ਉਹਨਾਂ ਨੇ ਜ਼ਿੰਦਗੀ ਦੇ ਜੋ ਕਹਿ ਲਓ ਜੀ ਇਸਤਰੀ ਦੇ ਪੱਖ ਨੂੰ ਜ਼ਿੰਦਗੀ ਦਾ ਧੁਰਾ ਮੰਨਦੀ ਹੋਈ ਹੈ ਕਿ ਸੈਕਸ ਹੈ ਜੋ ਠੀਕ ਹੈ ਜੀ, ਸਰੀਰਕ ਸੰਬੰਧਾਂ ਦਾ ਆਪਸ ਵਿੱਚ ਜੋ ਸਰੀਰਾਂ ਦਾ ਮਿਲਾਪ ਹੈ ਉਸ ਦੀ ਗੱਲ ਕਰਦੀ ਹੋਈ ਹੈ ਕਿ ਉਹ ਜ਼ਿੰਦਗੀ ਦਾ ਧੁਰਾ ਗਾ। ਸਾਹਿਤ ਵਿੱਚ ਇਸ ਦੇ ਪ੍ਰਗਟਾਅ ਤੋਂ ਉਹ ਗੁਰੇਜ਼ ਨਹੀਂ ਕਰਦੀ। ਤਾਂ ਆਪਾਂ ਵੀ ਇਹ ਗੱਲ ਨੂੰ ਵੇਖਦੇ ਹਾਂ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਕਿ ਜ਼ਿੰਦਗੀ ਦੇ ਵਿੱਚ ਆਪਸ ਵਿੱਚ ਜ਼ਿੰਦਗੀਆਂ ਦਾ ਮਿਲਣਾ ਇੱਕ ਨੋਰਮਲ ਪ੍ਰੋਸੈਸ ਹੈ ਜੀ, ਅਤੇ ਇਹਦੇ ਵਿੱਚ ਉਹ ਗਰੇਜ਼ ਨਹੀਂ ਕਰਦੀ, ਉਹ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ। ਆਪਣੀਆਂ ਕਹਾਣੀਆਂ ਵਿੱਚ ਔਰਤ ਮਰਦ ਦੇ ਰਿਸ਼ਤੇ, ਵਿਵਰਜਿਤ ਰਿਸ਼ਤਿਆਂ ਦੇ ਅਧੀਨ ਜੋ ਪੇਸ਼ਕਾਰੀ ਕਰਦੀ ਹੈ। ਜਦੋਂ ਆਪਾਂ ਕਹਾਣੀਕਾਰ ਦੇ ਤੌਰ 'ਤੇ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਦੀ, ਅਜੀਤ ਕੌਰ ਜੀ ਦੀ, ਤਾਂ ਉਹਨਾਂ ਦੀ ਇੱਕ ਯਥਾਰਥਵਾਦੀ ਕਹਾਣੀਕਾਰ ਦੇ ਤੌਰ 'ਤੇ ਪਹਿਚਾਣ ਬਣੀ ਹੋਈ ਹੈ ਜੀ। ਉਹਨਾਂ ਦੀ ਕਹਾਣੀ ਜੋ ਸੰਗ੍ਰਹਿ ਹੈ ਸੂਲੀ 'ਤੇ ਲਟਕੇ ਪਲ 14 ਭਾਸ਼ਾਵਾਂ ਦੇ ਵਿੱਚ ਉਹਨੂੰ ਕਦੇ ਅਨੁਵਾਦ ਕੀਤਾ ਗਿਆ ਗਾ। ਸਵੈ ਜੀਵਨੀ ਦੀ ਆਪਾਂ ਗੱਲ ਕਰੀਏ ਜੀ, ਖਾਨਾਬਦੋਸ਼ ਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ 1985 ਦੇ ਵਿੱਚ, ਅਤੇ ਇਹ ਆਪਾਂ ਨੂੰ ਵੇਖਣ ਨੂੰ ਮਿਲਦਾ ਹੋਇਆ ਸਨ ਦਿੱਲੀ ਸਾਹਿਤ ਅਕਾਦਮੀ ਦੇ ਵੱਲੋਂ ਦਿੱਤਾ ਗਿਆ ਜੀ। ਅਜੀਤ ਕੌਰ ਦੇ ਵੱਲੋਂ ਜੀ ਆਪਾਂ ਗੱਲ ਕਰੀਏ ਜੋ ਸਪਤਾਹਿਕ ਮੈਗਜ਼ੀਨ ਹੈ ਮੇਰਾ ਪਿੰਡ, ਉਹਨੂੰ ਵੀ ਸੰਪਾਦਕ ਰਹੇ ਹੈ। ਇਸ ਤੋਂ ਇਲਾਵਾ ਉਹ ਰੂਪੀ ਟਰੇਡ ਅਤੇ ਇੰਡੀਅਨ ਇੰਟਰਨੈਸ਼ਨਲ ਮੈਗਜ਼ੀਨ ਦੇ ਵੀ ਸੰਪਾਦਨਾ ਕਰਦੇ ਰਹੇ ਆ। ਇਹ ਉਹਨਾਂ ਦੇ ਬਾਰੇ ਕੁਛ ਚੀਜ਼ਾਂ ਸੀ। ਇਸ ਤੋਂ ਇਲਾਵਾ ਕੁਛ ਉਹਨਾਂ ਨੇ ਹੋਰ ਵੀ ਚੀਜ਼ਾਂ ਦਾ ਅਨੁਵਾਦ ਕੀਤਾ, ਤਾਂ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਅੱਗੇ ਜਾ ਕੇ ਕਰਦੇ ਹਾਂ ਗੱਲਬਾਤ। ਆਪਾਂ ਗੱਲ ਕਰਦੇ ਹਾਂ ਜੀ ਅਜੀਤ ਕੌਰ ਦੇ ਕਹਾਣੀ ਦੇ ਸੰਗ੍ਰਹਿ ਕਿਹੜੇ ਕਿਹੜੇ ਨੇ ਉਹਨਾਂ ਦੇ ਬਾਰੇ, ਅਤੇ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ ਕਿਹੜੀਆਂ ਨੇ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਚਰਚਾ ਕਰਦੇ ਹਾਂ। ਪਹਿਲਾ ਕਹਾਣੀ ਸੰਗ੍ਰਹਿ ਜੀ ਗੁਲਬਾਨੋ, ਬੁੱਤ ਸਿਕਨ 66 ਦੇ ਵਿੱਚ ਸ਼ਬਦ ਆ ਜੀ, ਮਹਿਕ ਦੀ ਮੌਤ 66 ਦੇ ਵਿੱਚ ਸ਼ਬਦ ਆ। ਉਸ ਤੋਂ ਬਾਅਦ ਫਾਲਤੂ ਔਰਤ 74 ਦੇ ਵਿੱਚ, ਸਾਵੀਆਂ ਚਿੜੀਆਂ ਜੀ 94 ਕਹਾਣੀਆਂ ਦਾ ਸੰਗ੍ਰਹਿ ਹੈ। ਮੌਤ ਅਲੀ ਬਾਬੇ ਦੀ 1985 ਦੇ ਵਿੱਚ, ਨਾ ਮਾਰੋ 90 ਦੇ ਵਿੱਚ, ਆਪਣੇ ਆਪਣੇ ਜੰਗਲ 1995 ਦੇ ਵਿੱਚ, 96 ਦੇ ਵਿੱਚ ਜਿਹੜਾ ਸ਼ਬਦ ਆ ਜੀ ਉਹਨਾਂ ਦਾ ਨਵੰਬਰ 84 ਜੋ ਪੰਜਾਬ ਦੇ ਸੰਕਟ ਦੇ ਨਾਲ ਸੰਬੰਧਿਤ ਕਹਾਣੀਆਂ ਨੇ ਉਹਦੇ ਨਾਲ ਸੰਬੰਧਿਤ ਸੰਗ੍ਰਹਿ ਜੀ। ਇਹ ਉਹਨਾਂ ਦੇ ਕੁਛ ਕਹਾਣੀ ਸੰਗ੍ਰਹਿ ਸੀ, ਉਹਨਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ, ਕਹਾਣੀਆਂ ਦੀ, ਪਾਤਰਾਂ ਦੀ, ਵਿਸ਼ਿਆਂ ਦੀ। ਫਸਟ
ਪਹਿਲੇ ਕਹਾਣੀ ਸੰਗ੍ਰਹਿ ਦੀ ਆਪਾਂ ਗੱਲ ਕਰੀਏ ਜੀ ਗੁਲਬਾਨੋ, ਉਹਦੇ ਵਿੱਚ ਕਿੰਨੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਜੀ? 12 63 ਦੇ ਵਿੱਚ ਛਪਿਆ। ਪਹਿਲਾਂ ਗੱਲ ਕਰ ਚੁੱਕੇ ਹਾਂ। ਗੁਲਬਾਨੋ, ਵਿਕ ਚੁੱਕੀ, ਨੰਦੂ, ਸਫੈਦ ਫੁੱਲ ਤੇ ਸਬਨਮ, ਪਾਣੀ ਤੇ ਪੱਥਰ, ਪੀੜ ਇੱਕ ਪਿਆਸ, ਗੁਲਾਬੀ ਚੱਪਲ, ਉਦੋਂ ਤੋਂ ਆਖੇ, ਰਾਹ, ਪੰਛੀ ਬੋਟ ਤੇ ਆਲਣੇ, ਇਹ ਕਾਫੀ ਪ੍ਰਸਿੱਧ ਹੈ ਜੀ। ਜਿੰਦ ਦਾ ਕੈਨਵਸ, ਦੀਵਾ ਥੱਲੇ, ਸਾਰੀ ਰਾਤ, ਵਿਚਲਾ ਬੂਹਾ, ਇੱਕ ਮਕਾਨ ਇੱਕ ਘਰ। ਇਹਦੇ ਵਿੱਚ 12 ਕਹਾਣੀਆਂ ਸ਼ਾਮਲ ਕੀਤੀਆਂ ਜੀ ਗੁਲਬਾਨੋ ਦੇ ਵਿੱਚ। ਇਹ ਉਹਨਾਂ ਦੇ ਨਾਮ ਨੇ, ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਕਹਾਣੀਆਂ ਦੇ ਵਿੱਚ ਵਿਸ਼ਾ ਕਿਸ ਤਰ੍ਹਾਂ ਦਾ ਜੀ? ਉਹਨਾਂ ਨੇ ਗ੍ਰਸਤੀ ਸੰਬੰਧ ਨੇ, ਉਹਨਾਂ ਦੀ ਗੱਲ ਕੀਤੀ ਹੋਈ ਹੈ। ਉਸ ਤੋਂ ਬਾਅਦ ਪ੍ਰੇਮ ਨਾਲ ਸੰਬੰਧਿਤ ਗੱਲਬਾਤ ਕਰਦੇ ਨੇ ਜੀ। ਔਰਤ ਦੁਆਰਾ ਕੀਤੇ ਗਏ, ਔਰਤ 'ਤੇ ਹੋ ਰਹੇ ਜੀ, ਔਰਤ 'ਤੇ ਕੀਤੇ ਗਏ ਭਾਵ ਜ਼ੁਰਮ ਦੀ ਗੱਲ ਕਰਦੇ ਆ। ਉਸ ਤੋਂ ਬਾਅਦ ਉਪਜੇ ਦੁਖਾਂਤ ਨੂੰ ਉਹਦੇ ਕਹਾਣੀਆਂ ਦੇ ਵਿੱਚ ਪੇਸ਼ ਕਰਦੇ ਆ। ਗੁਲਬਾਨੋ ਕਹਾਣੀ ਦੀ ਆਪਾਂ ਗੱਲ ਕਰੀਏ ਜੀ, ਉਸ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਗ੍ਰਸਤ ਸੰਬੰਧਾਂ ਦੀ ਆਪੂਰਤੀ ਉੱਤੇ ਆਧਾਰਿਤ ਕਹਾਣੀਆਂ ਗੁਲਬਾਨੋ, ਜੋ ਮਰਦ ਪ੍ਰਧਾਨ ਜ਼ਗੀਰਦਾਰੀ ਸਮਾਜ ਵਿੱਚ ਔਰਤ 'ਤੇ ਹੁੰਦੇ ਅਤਿਆਚਾਰ ਨੂੰ ਰੂਪਮਾਨ ਕਰਦੀ ਹੈ। ਇਹਦਾ ਪਾਤਰ ਕਹਾਣੀ ਦਾ ਜੋ ਗੁਲਬਾਨੋ, ਉਹਦੀ ਹੋਂਦ 0 ਦੇ ਬਰਾਬਰ ਹੈ, ਕਿਉਂਕਿ ਉਸ ਦਾ ਪਤੀ, ਉਹਦਾ ਨਾਂ ਕੀ ਹੈ ਜੀ? ਖੁਸ਼ਦਿਲ ਖਾਨ, ਉਸ ਨੂੰ ਘਰ ਵਿੱਚ ਕੈਦ ਕਰਕੇ ਰੱਖਦਾ ਹੈ। ਇਸ ਤਰ੍ਹਾਂ ਮਰਦ ਪ੍ਰਧਾਨ ਸਮਾਜ ਵਿੱਚ ਗੁਲਬਾਨੋ ਵਰਗੀਆਂ ਅਨੇਕਾਂ ਹੀ ਔਰਤਾਂ ਅਤੇ ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੇ ਜਜ਼ਬਿਆਂ ਨੂੰ ਦਬਾ ਕੇ ਉਹਨਾਂ 'ਤੇ ਘੋਰ ਕਹਿ ਲਓ ਜੀ ਜ਼ੁਲਮ ਕੀਤੇ ਜਾਂਦੇ ਆ। ਇਸ ਤਰ੍ਹਾਂ ਦਾ ਇਹ ਕਹਾਣੀ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਗਾ। ਤਾਂ ਹੋਰ ਵੀ ਜੋ ਕਹਾਣੀਆਂ ਦੇ ਵਿੱਚ ਵੇਖਦੇ ਹਾਂ ਉਹ ਕਹਾਣੀ ਦੇ ਵਿੱਚ ਪੇਸ਼ ਕੀਤਾ। ਗੁਲਬਾਨੋ ਦਾ ਤੁਸੀਂ ਸਮਝ ਗਏ ਹੋਵੋਗੇ ਜੀ। ਗੁਲਬਾਨੋ ਨਾਂ ਦਾ ਕਿਰਦਾਰ ਹੈ ਜੋ ਉਸਦਾ ਪਤੀ ਆ, ਉਸ ਨੂੰ ਘਰ ਵਿੱਚ ਰੱਖਦਾ, ਉਹਨੂੰ ਕਦੇ ਬਾਹਰ ਨਹੀਂ ਜਾਣ ਦਿੰਦਾ ਜੀ। ਉਹ ਹੋਰ ਉਸ ਕਈ ਤਰੀਕੇ ਨਾਲ ਉਸ 'ਤੇ ਅਤਿਆਚਾਰ ਕਰਦਾ। ਉਸ ਤਰ੍ਹਾਂ ਦੀ ਕਹਾਣੀ ਪੇਸ਼ ਕਰਦੀ ਹੋਈ ਹੈ ਗੁਲਬਾਨੋ ਜੀ। ਸਫੈਦ ਫੁੱਲ ਤੇ ਸਬਨਮ, ਇਹ ਕਹਾਣੀ ਦੀ ਆਪਾਂ ਗੱਲ ਕਰੀਏ ਜੀ, ਇਸ ਵਿੱਚ ਔਰਤ ਨਾਲ ਵਾਰ-ਵਾਰ ਵਿਕਰੀ ਦੇ ਮੋਟਿਵ ਦੀ ਕਹਾਣੀ ਹੈ ਕਿ ਔਰਤ ਵਾਰ-ਵਾਰ ਵਿਕਦੀ ਹੈ, ਠੀਕ ਹੈ ਜੀ। ਉਸ ਨੂੰ ਪੈਸੇ ਲੈ ਕੇ ਅੱਗੇ ਵੇਚ ਦਿੱਤਾ ਜਾਂਦਾ, ਅੱਗੇ ਵੇਚ ਦਿੰਦਾ, ਸਿਰਫ ਪੈਸੇ ਦੀ ਚੀਜ਼ ਸਮਝ ਕੇ। ਉਸ ਤਰ੍ਹਾਂ ਦੀ ਜੋ ਉਹਦੀ ਹੋ ਰਹੀ ਹੈ ਵਿਕਰੀ, ਉਸ 'ਤੇ ਵਿਅੰਗ ਕਰਦੀ ਹੋਈ ਕਹਾਣੀ ਹੈ। ਇਸ ਦਾ ਪਾਤਰ ਸ਼ਾਂਤੀ, ਜੋ ਪਹਿਲਾਂ ਪੈਸੇ ਦੀ ਜੋੜ ਨਾਲ ਖਰੀਦੀ ਜਾਂਦੀ ਹੈ, ਮਗਰੋਂ ਜਬਰੀ ਕਹਿ ਲਓ ਜੀ ਅਣਜੋੜ ਵਿਆਹ ਦਾ ਦੁਖਾਂਤ ਭੋਗਦੀ ਹੈ। ਇਸ ਕਹਾਣੀ ਦੇ ਵਿੱਚ ਵੇਖਦੇ ਹਾਂ ਜੀ ਸਮੱਸਿਆ ਕਿਹੜੀ ਹੋਏਗੀ ਜੀ? ਜਾਂ ਪੈਸੇ ਦੀ ਗੱਲ ਹੋ ਰਹੀ ਹੈ ਤਾਂ ਉੱਥੇ ਇਨਸਾਨ ਦੀ ਮਰਜ਼ੀ ਨਹੀਂ ਚੱਲੇਗੀ। ਇਹਦਾ ਪਾਤਰ ਕਿਹੜਾ ਜੀ? ਸ਼ਾਂਤੀ, ਜੋ ਪੈਸੇ ਦੇ ਨਾਲ ਖਰੀਦਿਆ ਜਾਂਦਾ, ਫਿਰ ਉਸ ਨੂੰ ਅਣਜੋੜ ਵਿਆਹ ਦੇ ਵਿੱਚ ਕੀ ਕਹਿੰਦੇ ਆ, ਬੰਨ੍ਹ ਦਿੱਤਾ ਜਾਂਦਾ ਗਾ। ਇਹ ਆਪਾਂ ਨੂੰ ਇਸ ਕਹਾਣੀ ਦੇ ਵਿੱਚ ਵੇਖਣ ਨੂੰ ਮਿਲਦਾ ਗਾ। ਇਹ ਤੁਸੀਂ ਵੇਖ ਸਕਦੇ ਹੋ। ਦੀਵਾ ਥੱਲੇ, ਸਾਰੀ ਰਾਤ, ਇਹ ਕਹਾਣੀ ਦੀ ਆਪਾਂ ਗੱਲ ਕਰੀਏ ਜੀ ਤਾਂ ਇਸ ਦੇ ਵਿੱਚ ਪਿਆਰ ਮੁਹੱਬਤ ਦੀ ਡੋਰ ਨਾਲ ਵੱਜੀ ਹੋਈ ਹੈ। ਇਸ ਕਹਾਣੀ ਦੇ ਵਿੱਚ ਮਰਦ ਦੀ ਜਿਹੜੀ ਬੇਵਫਾਈ, ਔਰਤ ਦੀ ਵਫਾਦਾਰੀ ਦਾ ਪੈਟਰਨ ਕਹਿ ਲਓ ਜੀ ਪੇਸ਼ ਕੀਤਾ। ਇੱਕ ਮਰਦ ਜੋ ਹੈਗਾ, ਜੋ ਵਫਾਦਾਰੀ ਨਹੀਂ ਕਰ ਸਕਦਾ, ਉਸ ਦੀ ਪੇਸ਼ਕਾਰੀ ਹੈ, ਅਤੇ ਔਰਤ ਹੈ ਜੋ ਵਫਾਦਾਰੀ ਕਰ ਰਹੀ ਹੈ, ਉਸ ਦੇ ਦੋਨਾਂ ਦੀ ਪੇਸ਼ਕਾਰੀ ਕੀਤੀ ਹੋਈ ਹੈ। ਇਸ ਕਹਾਣੀ ਵਿੱਚ ਪਾਤਰ ਹੈ ਨੀਲੋ, ਜੋ ਪ੍ਰੇਮੀ ਉਸ ਨੂੰ ਧੋਖਾ ਦੇ ਰਿਹਾ ਅਤੇ ਕਿਸੇ ਹੋਰ ਦੇ ਨਾਲ ਵਿਆਹ ਕਰ ਲੈਂਦਾ ਗਾ। ਜਦੋਂ ਆਪਾਂ ਕਹਾਣੀ ਦੇਖਦੇ ਹਾਂ ਇਹਦੇ ਵਿੱਚ ਕੀ ਆ ਜੀ, ਨੀਲੋ ਜੋ ਨਾਇਕਾ ਹੈਗੀ ਆ, ਉਸ ਦਾ ਜੋ ਪ੍ਰੇਮੀ ਆ ਜੀ, ਉਹ ਕਿਸੇ ਹੋਰ ਔਰਤ ਨਾਲ ਵਿਆਹ ਕਰ ਲੈਂਦਾ, ਧੋਖਾ ਦੇ ਦਿੰਦਾ ਉਹਨੂੰ। ਇਸ ਦੇ ਬਾਵਜੂਦ ਵੀ ਨੀਲੋ ਜਿਹੜੀ ਹੈਗੀ ਆ ਅੰਤ ਤੱਕ ਉਸ ਦੀ ਵਾਪਸੀ ਦੀ ਉਡੀਕ ਲਾਈ ਰੱਖਦੀ ਹੈ। ਆਪਾਂ ਦੇਖਦੇ ਹਾਂ ਸੱਚੇ ਪਿਆਰ ਦੀ ਗੱਲ ਕਰਦੀ ਹੈ ਤਾਂ ਉਹ ਕਿ ਉਹਨੂੰ ਅੱਜ ਵੀ ਉਹਦੇ 'ਤੇ ਉਮੀਦ ਸੀ ਕਿ ਉਹ ਆਏਗਾ, ਬਟ ਫਿਰ ਵੀ ਉਹ ਕੀ ਕਰਦਾ ਗਾ, ਹੋਰ ਕਿਸੇ ਔਰਤ ਦੇ ਨਾਲ ਵਿਆਹ ਕਰਾ ਲੈਂਦਾ, ਉਹਨੂੰ ਇੱਕ ਧੋਖਾ ਦਿੰਦਾ, ਉਸ ਦੇ ਨਾਲ ਵਿਆਹ ਨਹੀਂ ਕਰਾਉਂਦਾ। ਇਸ ਤਰ੍ਹਾਂ ਦੀ ਜੋ ਕਹਾਣੀ ਹੈ ਇਹ ਕਾਹਦੇ ਵਿੱਚ ਪੇਸ਼ ਕੀਤੀ ਹੈ ਜੀ? ਦੀਵਾ ਥੱਲੇ, ਸਾਰੀ ਰਾਤ। ਇਸ ਤਰ੍ਹਾਂ ਦੇ ਜੋ ਕਹਿ ਲਓ ਜੀ ਕਿਰਦਾਰਾਂ ਦੀ ਗੱਲ ਕੀਤੀ ਹੋਈ ਹੈ ਕਿ ਜਿਸ ਵਿੱਚ ਕਹਿ ਲਓ ਜੀ ਔਰਤ ਦੀ ਜੋ ਵਫਾਦਾਰੀ ਆ ਉਸ ਨੂੰ ਪੇਸ਼ ਕੀਤਾ ਗਿਆ ਗਾ। ਇਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ, ਤਾਂ ਤੁਸੀਂ ਇਸ ਕਹਾਣੀ ਵਿੱਚ ਵੇਖ ਸਕਦੇ ਹੋ। ਅਗਲੇ ਸੰਗ੍ਰਹਿ ਦੀ ਗੱਲ ਕਰੀਏ ਜੀ, ਮਹਿਕ ਦੀ ਮੌਤ। ਇਸ ਵਿੱਚ 11 ਕਹਾਣੀਆਂ ਨੇ ਜੀ। ਇੱਕ ਮਰਿਆ ਹੋਇਆ ਪਲ, ਬੁੱਤ ਸ਼ਿਕਨ, ਇਹ ਕਿਹੜੇ ਹੋਰ ਸੰਗ੍ਰਹਿ ਦੇ ਵਿੱਚ ਹੈ ਜੀ ਦੱਸਿਓ। ਮਾਂ ਤੇ ਪੁੱਤਰ, ਮਾਮੀ, ਮਿਸਿਸ ਸੇਠੀ, ਆਂਦਰਾ, ਸੂਹਾ, ਸ਼ਾਲੂ, ਵੈਰਨ, ਇੱਕ ਪੋਰਟਰੇਟ, ਹਾਟ ਵਾਟਰ ਬੋਟਲ, ਮਹਿਕ ਦੀ ਮੌਤ। ਇਹ 11 ਕਹਾਣੀਆਂ ਨੇ ਜੀ ਇਹਦੇ ਵਿੱਚ ਸ਼ਾਮਲ। ਇਹਨਾਂ ਦੇ ਥੋੜ੍ਹੇ ਜਿਹੇ ਆਪਾਂ ਗੱਲ ਕਰਦੇ ਹਾਂ। ਵਿਸ਼ੇ ਕਿਸ ਤਰ੍ਹਾਂ ਦੇ ਨੇ ਇਸ ਸੰਗ੍ਰਹਿ ਦੇ? ਜ਼ਿਆਦਾਤਰ ਕਹਾਣੀਆਂ ਜੀ ਗ੍ਰਸਤ ਕਹਿ ਲਓ ਜੀ ਸੰਬੰਧਾਂ ਦੀ ਆਪੂਰਤੀ ਅਤੇ ਬੱਚਿਆਂ ਪ੍ਰਤੀ ਮੋਹ ਦੇ ਕਾਰਨ ਵਾਪਰੇ ਔਰਤ ਦੇ ਦੁਖਾਂਤ ਨੂੰ ਪ੍ਰਗਟ ਕਰਦੀਆਂ ਨੇ। ਜਦੋਂ ਆਪਾਂ ਦੇਖਦੇ ਹਾਂ ਜੀ ਘਰੇਲੂ ਜੀਵਨ ਨਾਲ ਸੰਬੰਧਿਤ ਕਹਾਣੀਆਂ ਨੇ ਜੀ, ਉਹਨਾਂ ਦੀ ਆਪੂਰਤੀ ਹੈ,
ਬੱਚਿਆਂ ਦੇ ਨਾਲ ਔਰਤ ਦਾ ਜੋ ਮੋਹ ਹੈ ਉਹਨੂੰ ਪੇਸ਼ ਕੀਤਾ, ਜਿਹਦੇ ਕਰਕੇ ਉਹਨਾਂ ਨੂੰ ਬਹੁਤ ਸਾਰੇ ਦੁੱਖ ਚੱਲਣੇ ਪੈਂਦੇ ਨੇ। ਇਸ ਤਰ੍ਹਾਂ ਦੀਆਂ ਕਹਾਣੀਆਂ ਇਹਨਾਂ ਸੰਗ੍ਰਹਿ ਦੇ ਵਿੱਚ ਜੋ ਮਹਿਕ ਦੀ ਮੌਤ ਹੈ ਉਸ ਦੇ ਵਿੱਚ ਵੇਖਣ ਨੂੰ ਮਿਲਦੀਆਂ। ਕਹਾਣੀ ਦੀ ਗੱਲ ਕਰੀਏ ਜੀ, ਮਹਿਕ ਦੀ ਮੌਤ, ਇਸ ਦੇ ਵਿੱਚ ਕਹਿ ਲਓ ਜੀ ਕਹਾਣੀ ਦੇ ਵਿੱਚ ਮੋਨਿਕਾ ਕੁੜੀ ਹੈ ਜੀ, ਕੁੜੀ ਦੇ ਸਹਿਮ ਨੂੰ ਬਿਆਨ ਕੀਤਾ ਜੋ ਕਸ਼ਮੀਰ ਦੀਆਂ ਵਾਦੀਆਂ ਵੇਖਣ ਜਾਂਦੀ ਹੈ। ਉੱਥੋਂ ਦੀ ਮਹਿਕ ਮਾਣਨ ਲਈ ਤੁਰ ਪੈਂਦੀ ਹੈ ਕਿ ਉਹ ਉੱਥੋਂ ਦੀਆਂ ਵਾਦੀਆਂ ਦੇਖੇਗੀ, ਕਿ ਉੱਥੋਂ ਦੇ ਜਿਹੜੇ ਮਾਹੌਲ ਨੂੰ ਦੇਖੇਗੀ ਚੰਗੀ ਤਰ੍ਹਾਂ। ਪਰ ਰਸਤੇ ਵਿੱਚ ਉਸ ਨੂੰ ਜਿਹੜੀਆਂ ਕੁਛ ਤੱਕਦੀਆਂ, ਕੁਝ ਡਰਾਉਣੀਆਂ ਅੱਖਾਂ ਦਿਖਦੀਆਂ, ਜੋ ਉਸ ਦੀ ਜਿਹੜੀ ਹੈਗੀ ਆ ਭਾਵ ਮਹਿਕ ਦੀ ਮੌਤ ਹੋ ਜਾਂਦੀ ਆ, ਭਾਵ ਉਹਦੀਆਂ ਕਹਿ ਲਓ ਜੀ ਜੋ ਉਹਨੇ ਮਹਿਕ ਮੰਨਣੀ ਸੀ, ਕਸ਼ਮੀਰ ਦੀਆਂ ਵਾਦੀਆਂ ਨੂੰ, ਨਜ਼ਾਰਿਆਂ ਨੂੰ ਵੇਖਣਾ ਸੀ, ਤਾਂ ਉਹ ਮਾਣ ਨਹੀਂ ਪਾਉਂਦੀ ਜੋ ਉਹ ਮਾਣਨਾ ਚਾਹੁੰਦੀ ਸੀ। ਇਸ ਤਰ੍ਹਾਂ ਆਜ਼ਾਦੀ ਨਾਲ ਘੁੰਮਣ ਫਿਰਨ ਦੀ ਗੱਲ ਕਰਦੀ ਹੋਈ, ਵਿਅੰਗ ਕਰਦੀ ਹੋਈ ਕਹਾਣੀ ਹੈ ਕਿ ਇੱਕ ਪਾਤਰ ਹੈ ਮੋਨਿਕਾ ਜੋ ਕਸ਼ਮੀਰ ਦੀਆਂ ਵਾਦੀਆਂ ਵਿੱਚ ਘੁੰਮਣ ਜਾਂਦੇ ਆ, ਉੱਥੋਂ ਦੇ ਪਹਾੜਾਂ ਨੂੰ, ਕੁਦਰਤੀ ਨਜ਼ਾਰਿਆਂ ਨੂੰ ਵੇਖਣਾ ਚਾਹੁੰਦੀ ਹੈ ਤੁਰ ਕੇ। ਤਾਂ ਫਿਰ ਉਸ ਨੂੰ ਬਹੁਤ ਸਾਰੀਆਂ ਨਜ਼ਰਾਂ ਉਸ 'ਤੇ ਦੇਖਦੀਆਂ ਨੇ, ਉਸ 'ਤੇ ਨਿਗਾਹ ਟਿਕਾਈ ਹੁੰਦੀ ਹੈ। ਤਾਂ ਉਹ ਜਿਹੜੀਆਂ ਅੱਖਾਂ ਨੇ, ਡਰਾਉਣੀਆਂ ਅੱਖਾਂ ਉਸ ਨੂੰ ਤੱਕ ਰਹੀਆਂ ਨੇ, ਉਹਨਾਂ ਤੋਂ ਡਰ ਕੇ ਜਿਹੜਾ ਹੈਗਾ ਉਸ ਨੂੰ ਉਹ ਮਹਿਕ ਮਹਿਸੂਸ ਨਹੀਂ ਹੁੰਦੀ ਜਿਹੜੀ ਉਹ ਮਾਣਨ ਦੇ ਲਈ ਆਈ ਸੀ, ਜਿਸ ਨੂੰ ਉਹ ਵੇਖਣਾ ਸੀ ਉਸਨੇ, ਨਜ਼ਾਰਿਆਂ ਨੂੰ, ਕੁਦਰਤੀਆਂ ਨੂੰ। ਤਾਂ ਇਸ ਤਰ੍ਹਾਂ ਦੀ ਕਹਾਣੀ ਜਿਹੜਾ ਹੈਗਾ ਗਾ ਉਹ ਮਹਿਕ ਜੋ ਮੰਨਣ ਆਈ ਸੀ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਕਹਾਣੀ ਵਿੱਚ ਪੇਸ਼ ਕੀਤਾ। ਅਗਲੀ ਕਹਾਣੀ ਦੀ ਆਪਾਂ ਗੱਲ ਕਰੀਏ ਜੀ, ਹਾਟ ਵਾਟਰ ਬੋਟਲ। ਇਹ ਵੱਖਰੀ ਕਹਿ ਲਓ ਜੀ ਅਪਰੰਪਰਾਗਤ ਸੰਬੰਧਾਂ ਦੀ ਕਹਿ ਲਓ ਜੀ ਪਹਿਚਾਣ ਕਰਾਉਂਦੀ ਕਹਾਣੀ ਹੈ। ਇਸ ਵਿੱਚ ਔਰਤ ਨੂੰ ਇੱਕ ਫਾਲਤੂ ਔਰਤ ਹੋਣ ਦਾ ਗਹਿਰਾ ਅਹਿਸਾਸ ਕਰਾਇਆ ਜਾਂਦਾ ਹੈ ਅਤੇ ਅਜਿਹੇ ਦੁਖਾਂਤ ਨੂੰ ਬਿਆਨ ਕਰਦੀ ਹੋਈ ਕਹਾਣੀ ਹੈ। ਇਸ ਵਿੱਚ ਇਕੱਲਤਾ ਵਿਗਾਨਗੀ ਦੇ ਕਾਰਨ ਉਪਜਦੀ ਹੈ। ਇਸਦੀ ਨਾਇਕਾ ਆਪਾਂ ਦੇਖਦੇ ਹਾਂ ਮੰਜਰੀ ਇੱਕ ਤੋਂ ਵੱਧ ਮਰਦ ਦੇ ਨਾਲ ਸੰਬੰਧ ਰੱਖਦੀ ਹੈ। ਇਸੇ ਕਰਕੇ ਫਾਲਤੂ ਔਰਤ ਵਰਗੀ ਉਹਦੇ ਵਿੱਚ ਵਰਨਗੀ ਦੇ ਵਿੱਚ ਆ ਜਾਂਦੀ ਹੈ। ਉਹਦੇ ਵਿੱਚ ਮਨ ਦੇ ਵਿੱਚ ਅਸ਼ਾਂਤੀ, ਭਟਕਣਾ ਮੰਜਰੀ ਦੀ ਹੋਣੀ ਬਣ ਜਾਂਦੀ ਹੈ, ਭਾਵ ਉਹਦੇ ਨਾਲ ਜੋ ਕਹਿ ਅਖੀਰ 'ਤੇ ਵਾਪਰਦੀ ਹੈ ਉਹ ਹੋਣੀ ਕਾਰਨ ਬਣ ਜਾਂਦੀ ਹੈ। ਇਸ ਤਰ੍ਹਾਂ ਔਰਤ ਦੇ ਵਿੱਚ ਟਿਕਾਊ ਸੰਬੰਧਾਂ ਦੀ ਆਪੂਰਤੀ ਕਾਰਨ ਉਪਜੇ ਦੁਖਾਂਤ ਨੂੰ ਇਸ ਕਹਾਣੀ ਦੇ ਰਾਹੀਂ ਪੇਸ਼ ਕੀਤਾ ਜੀ। ਹੁਣ ਆਪਾਂ ਕਹਾਣੀ ਨੂੰ ਥੋੜ੍ਹੀ ਸਮਝਾਉਣ ਦੀ ਕੋਸ਼ਿਸ਼ ਕਰਦਾ ਜੀ। ਜੋ ਪਰੰਪਰਾਗਤ ਸੰਬੰਧ ਹੁੰਦੇ ਆ ਜੀ ਜੋ ਇੱਕ ਦੇ ਨਾਲ ਹੀ ਰਹਿੰਦੇ ਆ ਇਨਸਾਨ ਦੇ, ਅਪਰੰਪਰਾਗਤ ਕੀ ਹੋ ਗਏ, ਜਿਹੜਾ ਇੱਕ ਔਰਤ ਹੈ, ਠੀਕ ਹੈ ਜੀ, ਉਸ ਦੀ ਪੇਸ਼ਕਾਰੀ ਕੀਤੀ ਹੈ, ਉਸਦੇ ਕਹਿ ਲਓ ਜੀ ਇੱਕ ਤੋਂ ਜ਼ਿਆਦਾ ਲੋਕਾਂ ਦੇ ਨਾਲ ਸੰਬੰਧ ਨੇ, ਠੀਕ ਹੈ, ਉਸ ਦੀ ਗੱਲ ਕਰਦੀ ਹੈ। ਤਾਂ ਉਹਦੇ ਕਰਕੇ ਕੀ ਹੋ ਜਾਂਦਾ ਕਿ ਇਸ ਤਰ੍ਹਾਂ ਦੇ ਦੇਖਾਂਗੇ ਤਾਂ ਉਹਦੇ ਵਿੱਚ ਇਕੱਲਾਪਨ, ਬੇਗਾਨਗੀ ਦੇ ਦੁਖਾਂਤ ਵੀ, ਉਹਦੇ ਵਿੱਚ ਮਨ ਦੇ ਵਿੱਚ ਅਸ਼ਾਂਤੀ ਵੀ ਹੋਏਗੀ, ਭਟਕਣਾ ਵੀ ਹੋਏਗੀ। ਉਹ ਮੰਜਰੀ ਨਾਂ ਦਾ ਕਿਰਦਾਰ ਹੈ। ਤਾਂ ਉਹਦੇ ਕਰਕੇ ਜਿਹੜੇ ਔਰਤ ਦੇ ਟਿਕਾਊ ਸੰਬੰਧਾਂ ਦੀ ਆਪੂਰਤੀ ਦੇ ਕਾਰਨ ਜਾਂ ਉਹਦਾ ਮਨ ਟਿਕਿਆ ਰਹਿੰਦਾ ਤਾਂ ਸ਼ਾਇਦ ਉਹਦੇ ਨਾਲ ਉਸ ਤਰ੍ਹਾਂ ਦੀ ਹੋਣੀ ਨਾ ਵਾਪਰਦੀ ਜੋ ਇਸ ਕਹਾਣੀ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਤਾਂ ਉਹਦਾ ਕਾਰਨ ਬਣ ਜਾਂਦੀ ਹੈ ਜੀ। ਇਸ ਤਰ੍ਹਾਂ ਤੁਸੀਂ ਕਹਾਣੀ ਵਿੱਚ ਵੇਖ ਸਕਦੇ ਹੋ। ਮੌਤ ਅਲੀ ਬਾਬੇ ਦੀ ਕਹਾਣੀ ਸੰਗ੍ਰਹਿ ਦੀ ਗੱਲ ਕਰੀਏ ਜੀ, 13 ਕਹਾਣੀਆਂ ਦੇ ਵਿੱਚ ਸ਼ਾਮਲ ਕੀਤੀਆਂ ਨੇ। 1985 ਸ਼ਾਮਲ ਪ੍ਰਕਾਸ਼ਿਤ ਹੁੰਦਾ। ਮੌਤ ਅਲੀ ਬਾਬੇ ਦੀ ਇੱਕ ਹੋਰ ਫਾਲਤੂ ਔਰਤ, ਨਿਊ ਈਅਰ, ਤੋਤਾ ਚਸ਼ਮ, ਝੂਠ, ਜੰਗਲੀ ਘੋੜੇ, ਕਾਲੇ ਖੂਹ, ਆਖਰੀ ਦਿਨ। ਇੱਕ ਇਹ ਵੀ ਇਤਿਹਾਸ ਹੈ, ਦਾਤ ਦੇਣ ਵਾਲੇ, ਪਹਿਲੀ ਉਦਾਸੀ, ਕਾਲੀ ਚਿੜੀ ਅਤੇ ਮਹਾਭਾਰਤ। ਲਾਸਟ 'ਤੇ ਆਪਾਂ ਦੇਖਦੇ ਹਾਂ ਜੀ, ਸਾਨੂੰ ਉਹ ਕਹਿੰਦੀ ਹੈ ਨਹੀਂ ਸਾਨੂੰ ਕੋਈ ਤਕਲੀਫ ਨਹੀਂ ਹੈ। ਇਸ ਤਰ੍ਹਾਂ ਦੀ ਕਹਾਣੀ ਹੈਗੀ ਆ, ਇਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਤਾਂ ਉਹਦੇ ਵਿੱਚ ਵੇਖ ਸਕਦੇ ਹਾਂ ਆਪਾਂ। ਇਹ ਕਹਾਣੀਆਂ ਨੇ 13 ਇਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਕਿਹੜੇ ਸੰਗ੍ਰਹਿ ਦੇ ਵਿੱਚ? ਮੌਤ ਅਲੀ ਬਾਬੇ ਦੀ। ਇਸ ਸੰਗ੍ਰਹਿ ਦੇ ਵਿੱਚ ਸ਼ਾਮਲ ਨੇ 13 ਕਹਾਣੀਆਂ। ਵਿਸ਼ਿਆਂ ਦੀ ਗੱਲ ਕਰਦੇ ਹਾਂ ਜੀ, ਕਿਸ ਤਰ੍ਹਾਂ ਦੇ ਵਿਸ਼ੇ ਨੇ ਸੰਗ੍ਰਹਿ ਵਿੱਚ? ਵਧੇਰੇ ਕਹਾਣੀਆਂ ਦੀ ਸਮਕਾਲੀ ਪੂੰਜੀਵਾਦੀ ਜੋ ਵਰਤਾਰੇ, ਮਨੁੱਖ ਦੀ ਬੇਵਸੀ, ਉਪਰਾਮਤਾ, ਇਕੱਲਤਾ, ਵਿਗਾਨਗੀ, ਉਦਾਸੀ, ਨਿਰਾਸ਼ਾ, ਪੀੜਾ, ਮਾਨਸਿਕ ਅਸੰਤੁਲਨ, ਅਸ਼ਾਂਤੀ ਨੂੰ ਦ੍ਰਿਸ਼ਟੀਗੋਚਰ ਕਰਦੀਆਂ ਨੇ ਕਹਾਣੀਆਂ ਜੀ। ਸੰਗ੍ਰਹਿ ਦੇ ਵਿੱਚ ਆਪਾਂ ਦੇਖਦੇ ਜੀ ਬਹੁਤ ਸਾਰੇ ਵਿਸ਼ਿਆਂ ਨੂੰ ਟੱਚ ਕੀਤਾ ਜੀ, ਜਿਹਦੇ ਵਿੱਚ ਮਨੁੱਖ ਦੀ ਬੇਵਸੀ, ਉਪਰਾਮਤਾ, ਇਕੱਲਾਪਨ, ਵਿਗਾਨਗੀ ਦੀ ਗੱਲ ਕਰੀਏ ਜੀ, ਉਦਾਸੀ ਆ ਜਾਂਦੀ ਹੈ, ਨਿਰਾਸ਼ਾ, ਪੀੜਾ, ਮਾਨਸਿਕ ਤੌਰ 'ਤੇ ਉਹਨੂੰ ਕਹਿ ਲਓ ਜੀ ਸੰਤੁਲਨ ਨਹੀਂ ਰਹਿੰਦਾ, ਅਸ਼ਾਂਤੀ ਦੀ ਆਪਾਂ ਗੱਲ ਕਰੀਏ ਜੀ ਮਨ ਦੇ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਦੇ ਰਾਹੀਂ ਪੇਸ਼ ਕੀਤਾ ਗਾ। ਕਿਹੜੇ ਰਾਹੀਂ? ਸੰਗ੍ਰਹਿ ਦੇ ਰਾਹੀਂ। ਮੌਤ ਅਲੀ ਬਾਬੇ ਦੀ ਜੀ ਜੋ ਆਪਣਾ ਸੰਗ੍ਰਹਿ ਹੈ ਉਸ ਦੇ ਵਿੱਚ ਪੇਸ਼ ਕੀਤੀਆਂ ਨੇ। ਇਹਨਾਂ ਕਹਾਣੀਆਂ ਦੇ ਵਿੱਚ ਬਿਜਲੀ ਤੰਦ, ਮੌਜੂਦਾ ਭ੍ਰਿਸ਼ਟਾਚਾਰ, ਪੂੰਜੀਵਾਦੀ ਨਿਜ਼ਾਮ ਦੀ ਗੱਲ ਕੀਤੀ ਹੈ। ਅਜੀਤ ਕੌਰ ਨੇ ਜੀ ਪੂਰਬਲੇ ਕਹਾਣੀ ਸੰਗ੍ਰਹਿਾਂ ਦੀ ਤਰ੍ਹਾਂ ਜੀ ਔਰਤ ਮਰਦ ਦੇ ਸੰਬੰਧਾਂ ਨੂੰ ਉਜਾਗਰ ਹੀ ਨਹੀਂ ਕੀਤਾ, ਸਗੋਂ ਸਮਾਜਿਕ, ਰਾਜਨੀਤਿਕ, ਧਾਰਮਿਕ, ਆਰਥਿਕ
कह लो जी सदाचारक पक्षां नूं भी अपने कलेवे दे विच लिया। इस संग्रह दे विच देखिए जी इहदी विशेषता की है कि उन्होंने कह लो जी भ्रिष्टाचार की भी गल करते हैं, नाल होर जिहड़े विषय ने पुराने उन्होंने औरत मर्द के संबंधां नूं उहदे विच समाजिक राजनीतिक आर्थिक धार्मिक जो सदाचारक पक्ष ने उन्होंने आपदे कलावे विच होर भी चंगी तरह पेश करते हैं। आपां कहानी की गल करिए जी मौत अली बाबे की। इस कहानी की गल करिए तो इसका विशा की है, इस दे विच अमानवीकृत जो भ्रिष्ट वरतारा सी उसकी मर्दी जो मर्द के कह लो जी ख्याल ने उन्होंने संबंधित है जी। सराफत है उसकी पेशकारी नाल संबंधित है जी। कहानी का पात्र कौन है जी? राम लाल जो अमानवीकृत ਅਤੇ गंधले हो चुके कह लो जी समाजी वरतारे के कारण अंत तक खुदकुशी कर लेंदा। इस तरह कारण आप कहानी के खुदकुशी के कारणों नूं बारे दसदी हुई कहानी है। समकाली कह लो जी समाज में गंधले नक्स उसकी ये कहानी पेशकारी करती है। मौत अली बाबे की जी ये अमानवी कह लो जी भ्रिष्ट वरतारे की गल की है। पात्र है जो राम लाल जी वो इस समाज के कह लो जी गंधले भ्रिष्टाचार के नहीं टिक पाउंदा ते अखीर ते खुदकुशी कर लैंदा। उहदे खुदकुशी के पिछे कारण किहड़े-किहड़े सी उन्हां दी गल करती हुई कहानी है। तो समाज किवें तौर पर गंधला हो चुकिया उहदे विच किहड़ियां-किहड़ियां बुराइयां आ चुकियां ये कहानी दे विच पेश कीतियां ने। उस तो बाद आपां गल करिए जी तोता ते सिस्टम। ये पूंजीवादी सिस्टम की व्यक्तिगत होंद के दरम्यान पैदा होए तनाव नूं पेश करदी कहानी है। पूंजीवादी समाज की गल होगी जी, व्यक्तिगत होंद होगी तो तनाव जिहड़ा उहदे करके आऊगा ही आऊगा उसकी पेश करती हुई कहानी है। कहानी के राही मनुख की जो दास्तान पाई गई है पूंजीवादी सिस्टम के अधीन ना वो पूंजीवादी सिस्टम को स्वीकार नहीं करता, उसके प्रति वो विरोधी सुर अपनाउंदा है, परंतु फिर भी सिस्टम इस तरह उसनूं रहण लई मजबूर किवें करदा गा जी, मजबूर किवें हुंदा गा उसकी वो पेशकारी करती है कहानी। उस दे विच कि एक सिस्टम है जी पूंजीवादी सिस्टम ਉਹਦੇ ਵਿੱਚ ਉਹਨੂੰ ਅਧੀਨਤਾ स्वीकार करने के लिए कहता, पर ਉਹਦੇ ਵਿੱਚ ਵਿਰੋਧੀ ਸੁਰ ਦੇਖਦੇ ਹਾਂ ਜੀ ਪਾਤਰ ਦੇ ਵਿੱਚ, परंतु फिर भी उस सिस्टम ਦੇ ਵਿੱਚ ਰਹਿਣ ਲਈ ਕਿਵੇਂ ਮਜਬੂਰ ਹੁੰਦਾ अपना पात्र उसकी ਆਪਾਂ गल करती हुई एक कहानी है वो ਵੇਖਣ ਨੂੰ मिलता है। काले खूह कहानी की गल करिए इस ਵਿੱਚ पूंजीवादी शक्तियां द्वारा ਕੰਨਾਂ ਅੱਖਾਂ ਤੋਂ बिना जी चलाए जा रहे सिस्टम की चोभी व्यंग की है। काले खूह की एग्जाम्पल तो ही पता लग जाए पूंजीवादी शक्तियां ने अखां कन्ना तो बिना जी बिना कुछ सुने बिना कुछ व्यक्त किए बिना कुछ देखे सिस्टम जो चलता जी उसकी पेशकारी करती है जी। समाज विच पिछड़े हनेरे नूं प्रतीकात्मक रूप में रूपमान किया जी। जो हनेरे का मतलब इत्थे जी जो भ्रिष्टाचार होर चीज़ां ने जी पूंजीवादी समाज के करके जो कह लो जी समाज दे विच आपां नूं वेखण नूं मिलदा जी ये वरतारा, ठीक है जी। सिस्टम पूंजीवादी शक्तियां के कारण, ठीक है, जो कह लो जी जो उन्होंने एक सिस्टम ते पकड़ बनाई हुई है वो करके लोगों को किवें तकलीफ हुंदी है उसकी बयान करती हुई कहानी है। काली चिड़ी ते महाभारत कहानी संग्रह में जी एक कह लो जी लंबेरी कहानी है, लम्मी कहानी का जिक्र आएगा जी। उसका नाम याद रखियो जी, महाभारत पहले ही लम्मा जी तुहानूं सारिਆਂ ਨੂੰ पता हो, इत्थों अंदाज़ा ला लिओ काली चिड़ी ते महाभारत। सरमाएदारी निज़ाम की कह लो जी विच मानसिक अकलता नूं हटाउंदे होए व्यक्ति की हड्डबीती बयान करती है। ये लम्मी कहानी है जी, पहली गल याद रखियो। दूसरी सरमाएदारी निज़ाम है, वो मानसिक अकलता होंदी है तो व्यक्ति की जो हड्डबीती है हड्डबीती नाल बयान करती हुई कहानी किहड़ी है जी, काली चिड़ी ते महाभारत। अगले संग्रह की आपां गल करिए जी ना मारो, ठीक है जी। ये 13 कहानियां शामिल कीतियां गईयां ने, उन्हां दी आपां गल करते हैं। 13 कहानियां किहड़ियां-किहड़ियां ने शामिल कीतियां गईयां उन्हां दा जिक्र करते हैं जी। इंतजार, एक पैर घट तुरना पंजाब बोर्ड च लगी हुई है जी कहानी। ना मारो, अखां, मंगता, दूजी दुनिया, मारन रुत, प्रदेश विच मौत, दूजा डाकू, दास्तान एक जंगली रात दी, कुत्ते, युधिष्ठिर, सूरज, चिड़ियाँ ते रब। ये इन्हां दे विच संग्रह दे विच ना मारो दे विच 13 कहानियां शामिल ने, तुसीं ये देख सकते हो। तो इन्हां दे विचों ना एक पैर घट तुरना पंजाब बोर्ड दे विच शामिल की गई है। काफ़ी प्रसिद्ध कहानियां ने जी, तुसीं इन्हां बारे जरूर सुनिया होएगा। आपां थोड़ी विषय की गल करते हैं। इहदे विच कह लो जी मनुखी चावां जो उन्हां दियां कह लो जी इच्छावां ने उन्हां दी जज्बातां की गल की हुई है तो उन्हां दे पिछोकड़ दे विच कुछ हद तक पंजाब की जो समस्या हैगी है नाल संबंधित रहे हैं जी।
ਪੰਜਾਬੀ ਸੱਭਿਆਚਾਰ ਭਾਈਚਾਰੇ ਦੀਆਂ ਕਹਾਣੀਆਂ ਨੂੰ ਸੁਚੇਤ ਰੂਪ ਵਿੱਚ ਸਿਰਜਿਆ ਗਿਆ। ਅਜੀਤ ਕੌਰ ਨੇ ਔਰਤ ਮਰਦ ਦੇ ਸੰਬੰਧਾਂ ਦੀ ਲੀਕ ਤੋਂ ਲੈ ਕੇ ਜੀ ਅਗਾਂਹ ਤੁਰਦਿਆਂ ਮਨੁੱਖੀ ਸੁਭਾਅ, ਮਨੁੱਖੀ ਸਥਿਤੀਆਂ ਕਹਾਣੀਆਂ ਦੇ ਰਾਹੀਂ ਬਹੁਤੀ ਬਰੀਕੀ ਦੇ ਨਾਲ ਪੇਸ਼ ਕੀਤਾ ਜੀ। ਜਦੋਂ ਆਪਾਂ ਇਸ ਸੰਗ੍ਰਹਿ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਜੀ ਪੰਜਾਬ ਸਮੱਸਿਆਵਾਂ ਪਿਛੋਕੜ ਦੇ ਵਿੱਚ ਦੇਖਣ ਨੂੰ ਮਿਲਦਾ ਜੀ। ਮਨੁੱਖੀ ਭਾਵਨਾਵਾਂ, ਜੋ ਇਛਾਵਾਂ, ਜਜ਼ਬਾਤਾਂ ਦੀ ਗੱਲ ਕਰਦੀ ਹੈ। ਕਹਾਣੀ ਭਾਈਚਾਰੇ ਦੀ ਗੱਲ ਕਰਦੀ ਹੈ ਸੁਚੇਤ ਰੂਪ ਵਿੱਚ। ਔਰਤ ਮਰਦ ਦੇ ਜੋ ਸੰਬੰਧਾਂ ਨੇ ਜੀ, ਉਸ ਤੋਂ ਬਾਅਦ ਮਨੁੱਖੀ ਸੁਭਾਅ, ਮਨੁੱਖੀ ਸਥਿਤੀਆਂ ਨੂੰ ਇਹ ਕਹਾਣੀ ਵਿੱਚ ਬੜੀ ਬਰੀਕੀ ਦੇ ਨਾਲ ਪੇਸ਼ ਕੀਤਾ ਗਿਆ। ਨਾ ਮਾਰੋ ਕਹਾਣੀ ਦੀ ਆਪਾਂ ਗੱਲ ਕਰੀਏ ਜੀ, ਇਸ ਦੇ ਵਿੱਚ ਕੀ ਦੇਖਦੇ ਹਾਂ? ਨਾ ਮਾਰੋ ਅਜੀਤ ਕੌਰ ਦੇ ਇੱਕ ਪਾਸੇ ਜੀ ਪੰਜਾਬ ਦੀ ਜੋ ਤਰਾਸਦੀ ਮਾਹੌਲ ਨੂੰ ਪੇਸ਼ ਕੀਤਾ, ਦੂਜੇ ਪਾਸੇ ਜੀ ਪੁਲਿਸ ਦੇ ਕਿਰਦਾਰ ਨੂੰ ਵੀ ਨੰਗਾ ਕੀਤਾ। ਕਹਾਣੀ ਦੇ ਵਿੱਚ ਮਾਂ ਦੀ ਆਪਣੇ ਪੁੱਤ ਦੇ ਪ੍ਰਤੀ ਜੋ ਮਮਤਾ ਨੂੰ ਵੀ ਪੇਸ਼ ਕੀਤਾ ਗਾ। ਨਾ ਮਾਰੋ ਕਹਾਣੀ ਦੇ ਆਪਾਂ ਵਿਸ਼ੇ ਨੂੰ ਦੇਖਦੇ ਹਾਂ ਜੀ। ਇਸ ਦੇ ਵਿੱਚ ਅਜੀਤ ਕੌਰ ਨੇ ਇੱਕ ਪਾਸੇ ਦਾ ਜੀ ਪੰਜਾਬ ਦਾ ਜੋ ਕਹਿ ਲਓ ਸੰਕਟ ਵਾਲਾ ਸਮਾਂ, ਤਰਾਸਦੀ ਵਾਲਾ ਸਮਾਂ ਰਿਹਾ, ਉਸ ਦੀ ਪੇਸ਼ਕਾਰੀ ਕੀਤੀ ਹੈ। ਦੂਜੇ ਪਾਸੇ ਉਸ ਸਮੇਂ ਜੋ ਪੁਲਿਸ ਦਾ ਕਿਰਦਾਰ ਸੀਗਾ ਜੀ, ਜਿਸ ਦੀ ਗੱਲ ਬਾਰ-ਬਾਰ ਹੁੰਦੀ ਰਹੀ ਹੈ, ਤਾਂ ਤੁਸੀਂ ਉਸ ਦੀ ਗੱਲ ਕਰਦੇ ਹਾਂ। ਤਾਂ ਉਸ ਤੋਂ ਇਲਾਵਾ ਫਿਰ ਕੀ ਕਹਾਣੀ ਵਿੱਚ ਇੱਕ ਮਾਂ ਆਪਣੇ ਪੁੱਤਰ ਦੇ ਪ੍ਰਤੀ ਜੋ ਮਮਤਾ ਰੱਖਦੀ ਹੈ, ਉਸ ਨੂੰ ਇਹ ਕਹਾਣੀ ਦੇ ਰਾਹੀਂ ਬਿਆਨ ਕੀਤਾ। ਇੰਤਜ਼ਾਰ ਕਹਾਣੀ ਦੀ ਗੱਲ ਕਰੀਏ ਜੀ, ਕਾਫੀ ਪ੍ਰਸਿੱਧ ਹੈ ਜੀ। ਜ਼ਿੰਦਗੀ ਦੇ ਇਕੱਲੇਪਨ, ਮਨੁੱਖੀਪਨ ਦੀ ਗੱਲ ਕਰਦੀ ਹੈ ਜੀ, ਕਹਾਣੀ ਦੇ ਵਿੱਚ ਸਿਰਜਿਆ ਗਿਆ ਗਾ। ਇਸ ਕਹਾਣੀ ਦੇ ਰਾਹੀਂ ਮਾਹੌਲ ਜੋ ਚਿਤਰਿਆ ਗਿਆ ਜੀ, ਉਸ ਵਿੱਚ ਮਨੁੱਖ ਦਾ ਵਪਾਰ ਦਾ ਸਾਧਨ ਬਣ ਚੁੱਕਾ ਜੀ। ਉਸ ਦੀ ਮੌਤ ਤਾਂ ਪੈਸੇ ਕਮਾਉਣ ਦਾ ਯਤਨ ਕੀਤਾ ਜਾਂਦਾ ਗਾ ਜੀ। ਉਸ ਦੀ ਮੌਤ ਵੀ ਤਾਂ ਪੈਸੇ ਕਮਾਉਣ ਤੱਕ ਦਾ ਯਤਨ ਕੀਤਾ ਜਾਂਦਾ। ਉਸ ਤਰ੍ਹਾਂ ਦੀ ਕਹਾਣੀ ਨੂੰ ਸਿਰਜਿਆ ਗਿਆ। ਇਸ ਵਿੱਚ ਆਪਾਂ ਦੇਖਦੇ ਹਾਂ ਜੀ, ਮਨੁੱਖੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ, ਠੀਕ ਹੈ ਜੀ, ਕਿ ਮਨੁੱਖ ਤਾਂ ਇੱਕ ਵਪਾਰ ਦਾ ਸਾਧਨ ਬਣ ਗਿਆ। ਉਸ ਦੀ ਮੌਤ ਵੀ ਹੋ ਜਾਵੇ, ਪੈਸੇ ਕਮਾਉਣ ਦੇ ਜੋ ਯਤਨ ਕੀਤਾ ਜਾਂਦਾ ਗਾ, ਉਸ ਨੂੰ ਬਿਆਨ ਕਰਦੀ ਹੋਈ ਕਹਾਣੀਆਂ ਜੀ। ਇੰਤਜ਼ਾਰ, ਇਹ ਆਪਾਂ ਨੂੰ ਵੇਖਣ ਨੂੰ ਮਿਲਦਾ ਇਸ ਤਰ੍ਹਾਂ ਦਾ ਵਿਅੰਗ ਕਿ ਸਿਸਟਮ ਆਪਣਾ, ਸਮਾਜ ਕਿਸ ਤਰ੍ਹਾਂ ਭ੍ਰਿਸ਼ਟ ਹੋ ਚੁੱਕਿਆ, ਉਸ ਦੀ ਬਾਤ ਕਰਦੀ ਹੋਈ ਇਹ ਕਹਾਣੀ ਹੈ। ਆਪਣੇ ਜੰਗਲ ਜੋ ਸੰਗ੍ਰਹਿ ਹੈ, ਉਸ ਕਹਾਣੀ ਸੰਗ੍ਰਹਿ ਦੀ ਗੱਲ ਕਰਦੇ ਹਾਂ ਜੀ। 5 ਕਹਾਣੀਆਂ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਅੱਖ ਦੇ ਫੁੱਲ, ਅਦਲ ਸਮਾਨੀ, ਸੀਲ ਦੀ ਚੀਖ, ਕੰਨੂ, ਆਵਾਜ਼ ਸਿਰਫ ਤੇਤਲੇ ਦੀ, ਆਪਣੇ ਜੰਗਲ, ਇਹ ਸੰਗ੍ਰਹਿ ਦੇ ਵਿੱਚ 5 ਕਹਾਣੀਆਂ ਨੇ ਜੀ। ਇਸ ਦੇ ਵਿੱਚ ਲੇਖਕਾਂ ਨੇ ਵਰਕਿੰਗ ਗਰਲ ਹੋਸਟਲ ਦੀ ਉਜਾੜ ਬਿਆਬਾਨ ਕਹਿ ਲਓ ਜੀ, ਜੋ ਜਗ੍ਹਾ ਹੈਗੀ ਆ, ਉਸ ਦੀ ਗੱਲ ਕੀਤੀ ਹੋਈ ਹੈ। ਬੌਖਲਾਈ, ਇਕੱਲ ਦੀ ਗੱਲ ਕਰਦੀ ਹੈ ਜੀ। ਰੇਗਿਸਤਾਨੀ ਦੁਨੀਆ ਦੇ ਵਿੱਚ ਭਾਵ ਉਹਨਾਂ ਨੂੰ ਮਹਿਸੂਸ ਹੁੰਦਾ। ਔਰਤ ਦੇ ਸੰਤਾਪ, ਉਸ ਦੀ ਜ਼ਿੰਦਗੀ ਦੀ ਅੰਦਰਲੀ ਅਤੇ ਬਾਹਰਲੀ ਲੜਾਈ, ਉਸ ਦੀ ਇਕੱਲਤਾ ਨੂੰ ਕਹਾਣੀ ਦੇ ਵਿੱਚ ਪੇਸ਼ ਕੀਤਾ ਗਾ। ਇਹਨਾਂ ਕਹਾਣੀਆਂ ਦੀ ਗਿਣਤੀ ਬੇਸ਼ੱਕ ਥੋੜ੍ਹੀ ਹੈ ਜੀ। ਇਹ ਕਾਹਦੇ ਨਾਲ ਸੰਬੰਧਿਤ ਨੇ ਜੀ? ਵਰਕ ਗਰਲ ਹੋਸਟਲ ਦੀ ਗੱਲ ਕੀਤੀ ਗਈ ਆ, ਉਹ ਕਿੱਥੇ ਹੈ ਜੀ? ਉਜਾੜ ਬਿਆਬਾਨ ਦੇ ਕਹਿ ਲਓ ਜੀ ਏਰੀਏ ਦੇ ਵਿੱਚ ਹੈ। ਬੁਖਲਾਈ ਹੋਈ ਭਾਵ ਇਕੱਲਤਾ ਦੀ ਜੋ ਰੇਗਿਸਤਾਨੀ ਦੁਨੀਆ, ਉਸ ਦੀ ਗੱਲ ਕਰਦੀ ਹੈ। ਔਰਤ ਦੇ ਸੰਤਾਪ ਦੀ, ਜ਼ਿੰਦਗੀ ਦੀ ਇਕੱਲਤਾ ਦੀ ਗੱਲ ਕਰੀਏ ਤਾਂ ਇਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ, ਉਸ ਦੀ ਗੱਲ ਕਰਦੇ ਹੈ। ਅਤੇ ਇਹ ਸਾਰਾ ਕੁਛ ਬਾਹਰੀ ਲੜਾਈ ਹੈ। ਇਸ ਤੋਂ ਇਲਾਵਾ ਅਤੇ ਇਕੱਲਤਾ ਦੀ ਉਸ ਦੀ ਬਿਆਨ ਕਰਦੀ ਹੋਈ ਸੰਗ੍ਰਹਿ ਹੈ। ਕਹਾਣੀ ਦੀ ਗੱਲ ਕਰੀਏ ਜੀ, ਪਹਿਲੀ ਆਪਣੇ ਜੰਗਲ ਵਿੱਚ, ਤਾਂ ਕੀ ਵੇਖਣ ਨੂੰ ਮਿਲਦਾ ਜੀ? ਆਪਣੇ ਜੰਗਲ ਵਿੱਚ ਇੱਕ ਕੀ ਹੈ? ਲੰਮੀ ਕਹਾਣੀ ਹੈ ਜੀ। ਯਾਦ ਰੱਖਿਓ, ਲੰਮੀ ਕਹਾਣੀ ਪਹਿਲਾਂ ਵੀ ਆਈ ਹੈ, ਇੱਕ ਇਹ ਵੀ ਲੰਮੀ ਕਹਾਣੀ ਆ, ਜਿਸ ਨੂੰ ਕੀ ਕਿਹਾ ਜੀ? ਨਾਵਲੈਟ ਦਾ ਭਾਵ ਨਾਵਲ ਦਾ, ਛੋਟੇ ਨਾਵਲ ਦਾ ਦਰਜਾ ਦਿੱਤਾ ਗਿਆ ਗਾ। ਇਸ ਕਹਾਣੀ ਵਿੱਚ ਜੰਗਲੀ ਇਲਾਕਿਆਂ ਵਿੱਚ ਜੋ ਟੂਰਿਸਟ ਠਹਿਰਦੇ ਨੇ ਜੀ, ਜੰਗਲੀ ਇਲਾਕਿਆਂ ਨੂੰ ਦੇਖਣ ਦਾ ਜ਼ਿਕਰ ਦੇ ਨਾਲ ਦਰਸਾਇਆ ਗਿਆ ਗਾ। ਕਿ ਤੁਸੀਂ ਦੇਖਿਆ ਹੀ ਹੋਏਗਾ ਕਿ ਬਹੁਤ ਸਾਰੇ ਲੋਕ ਆਉਂਦੇ ਨੇ ਜੀ ਜੰਗਲੀ ਇਲਾਕਿਆਂ ਦੇ ਵਿੱਚ, ਟੂਰਿਸਟ ਆਉਂਦੇ ਨੇ, ਯਾਤਰੀ ਆਉਂਦੇ ਨੇ, ਤਾਂ ਉਹ ਉਹਨਾਂ ਨੂੰ ਵੇਖਣਾ ਚਾਹੁੰਦੇ ਨੇ। ਜੰਗਲੀ ਇਲਾਕਿਆਂ ਨੂੰ ਵੇਖਣ ਦਾ ਜ਼ਿਕਰ ਕੀਤਾ ਗਿਆ। ਤਾਂ ਹਰੇਕ ਕਹਿ ਲਓ ਜੀ ਜੋ ਤਕੜਾ ਬੰਦਾ, ਅਸੂਖਦਾਰ ਹੈ, ਬੰਦੇ ਦੇ ਨਾਲ ਆਪਣੇ ਜੰਗਲ ਹੁੰਦਾ ਹੈ, ਭਾਵ ਕਾਨੂੰਨ ਸਿਰਫ ਵੱਡੇ ਅਤੇ ਅਫਸਰ ਲੋਕਾਂ ਲਈ ਹੁੰਦਾ ਗਾ, ਗਰੀਬ ਅਤੇ ਕਮਜ਼ੋਰ ਲੋਕਾਂ ਲਈ ਨਹੀਂ ਹੁੰਦਾ ਗਾ। ਇਸ ਤਰ੍ਹਾਂ ਦੀ ਕਹਾਣੀ ਦੇ ਰਾਹੀਂ ਪੇਸ਼ ਕੀਤਾ ਗਿਆ ਕਿਵੇਂ ਲੋਕ ਵੱਡੇ ਨੇ, ਆਪਦੇ ਲਈ ਜੋ ਕਾਨੂੰਨ ਵਰਤਦੇ ਨੇ, ਉਸ ਤਰ੍ਹਾਂ ਦੀ ਕਹਾਣੀ ਪੇਸ਼ ਕੀਤੀ ਹੈ ਇਹਦੇ ਰਾਹੀਂ। ਅਮੀਰ ਲੋਕਾਂ ਦੀ ਗੱਲ ਕੀਤੀ ਹੈ, ਪੂੰਜੀਵਾਦੀ ਲੋਕਾਂ ਦੀ ਗੱਲ ਕੀਤੀ ਹੋਈ ਹੈ, ਅਤੇ ਟੂਰਿਸਟ ਜੋ ਲੋਕ ਨੇ ਜੀ, ਉਹਨਾਂ ਦੀ ਗੱਲ ਕੀਤੀ ਹੋਈ ਹੈ, ਕਿਵੇਂ ਆਉਂਦੇ ਨੇ, ਕਿਵੇਂ ਦੇਖਦੇ ਨੇ ਲੋਕਾਂ ਨੂੰ, ਜਗ੍ਹਾ ਦੀ, ਉਹਦੀ ਗੱਲ ਕੀਤੀ ਹੋਈ ਹੈ। ਉਸ ਤੋਂ ਬਾਅਦ ਆਪਾਂ ਅਗਲੀ ਕਹਾਣੀ ਗੱਲ ਕਰੀਏ ਜੀ, ਅੱਖ ਦੇ ਫੁੱਲ। ਇਹਦੇ ਵਿੱਚ ਵੀ ਹੋਸਟਲ ਵਿੱਚ ਰਹਿੰਦਿਆਂ ਅਜਿਹੀਆਂ ਔਰਤਾਂ ਦੀ ਕਹਾਣੀ ਨੂੰ ਪੇਸ਼ ਕੀਤੀ ਗਈ ਹੈ, ਦਾਸਤਾਨ ਬਿਆਨ ਕੀਤੀ ਗਈ ਹੈ, ਜੋ ਕਿਸੇ ਨਾ ਕਿਸੇ ਦਾ ਭਾਵ ਸਾਥ ਲੋਚਦੀਆਂ ਨੇ। ਕੁਦਰਤੀ ਗੱਲ ਹੈ ਕਿ ਜਿਹੜਾ ਸਮਾਜ ਹੈ ਆਪਣਾ ਜੀ, ਸਾਥ ਭਾਲਦਾ ਕਿਸੇ ਨਾ ਕਿਤੇ, ਕਿਸੇ ਦਾ ਕਿਸੇ ਮੋੜ 'ਤੇ। ਤਾਂ ਉਸੇ ਤਰ੍ਹਾਂ ਜੀ ਔਰਤਾਂ ਨੂੰ ਲੋੜ ਹੈਗੀ ਹੈ
कि हर एक इंसान की लोड़ होंदी है एक साथी की, तो उन्होंने भी लोड़ है कि वो किसी ना किसी का साथ होवे। परंतु साथ ना मिलने ते जी जो उन्होंने अकालता रेगिस्तान के जीवन बतीत करदियां होइयां ते दुख भोगदियां ने, इस तरह का जीवन उन्होंने विच पेश किया जी। अक दे फुੱਲ दे राहीं कहानी का नाम ही दसदा कि अकालता रेगिस्तान के इलाके में हुंदा जी अक, ठीक है। अकालता की गल की है जी, साथ ना मिलने की गल की है, दुख भोगण की गल की है, इस तरह का ये कहानी के राहीं पेश किया उन्होंने जी। नवंबर 84 की गल करिए जी, तो 84 तो तुहानूं सारिਆਂ ਨੂੰ दिमाग ਦੇ ਵਿੱਚ आ जाना चाहिए जी। ये 10 कहानियां ने शामिल। छुट्टी, नवंबर 84, शहर नहीं घोगा, बिल्लियां वाली कोठड़ी, बाजीगरनी, गिट्टे विच पीड़, दाद देण वाले। दसो जी पहला किहड़े संग्रह दे विच ये कहानी रिपीट हुई है। क्लर्क, महाराज, एक सी कमला मेहरा, धुंधलियां यादां दा अलाप, उसकी गल करती हुई कहानियां ने। ये 10 कहानियां शामिल ने जी इस संग्रह दे विच नवंबर 84 दे विच। इस संग्रह के विच कहानियां दे विच वख-वख विषयां नूं नाल जोड़िया गया जी। मनुखी सहम 84 के साके के मगरों जो हालात होंदे ने जी, कला दे किरदार जो कदरदान ने जी, उन्हां दी अखवाउण वालियां दे अंतरीब खोखलेपन नूं अनेक कहानियां दे वख-वख विषयां दे राहीं प्रगट किया गया जी। जदों आपां देखदे हां जी इहदे विच की वेखण नूं मिलदा जी, कहानियां विच वख-वख विषय है। मनुखी सहम पेश किया जी 84 के साके के मगरों जो हालात बनते उन्होंने पेशकारी करते हैं जी। जो कला के कदरदान ने जी, कला नूं कहंदे जी कला बहुत वधिया आए हैं, वो खोखले भाव लोग ने उन्हों की गल की हुंदी है। वख-वख विषयों की गल की गई है इस कहानी संग्रह के राहीं। दाद देण वाले कहानी की गल करिए जी, अजोके समय में कला की हुंदी बेकदरी नाल मनुख वल्लों आधुनिकता के नां हेठ अगांह वसाए जा रहे गलत कदमां ते व्यंग करती हुई कहानी है। बहुत ही कह लो जी महत्वपूर्ण कहानी है। दाद देण वाले, कई बार तुसीं नहीं देखा हो, तुसीं कोई वधिया काम करदे जी, तुहाडा शुकराना करने वाले बहुत सारे आ जाते हैं। जो उहदी बेकदरी, मनुखी आधुनिकता की अगांह वधदे जो कदम ने उहदी गल ते गलत कदमां दे उपर बयान करती हुई कहानी है। नवंबर 84 की गल करिए तो ये जी कह लो जी प्रमुख कहानी नवंबर 84 में दरबार साहिब के उपर हमला हुंदा जी, जो उस तो बाद कतलोगारत है उसनूं बयान किया गा। मनुख दे कह लो जी कतल होए पर मनुखता जिउंदी रही, इस तरह के विचार ने इस कहानी के राहीं पेश किए गए हैं जी। ये कहानी दृढ़ कराउण का यतन करती है। नवंबर 84 तो तुहानूं 84 की जो गल होएगी तो सारिਆਂ ਦੇ दिमाग ਦੇ ਵਿੱਚ आ जाता जी। तो इस दे विच जो दरबार साहिब के उपर हमला होया जी, उस तो बाद जो कतलोगारत शुरू हुई है उसकी बयान करती कहानी है। तो इस विच कह लो जी मनुखता नूं जिउंदी रहे, इस तरह की ये कहानी दे विच कह लो जी संकल्प नूं पेश किया गया। इन्हां संग्रहां तो इलावा आपां देखदे हां जी होर उन्हां दे बुत छिकण दे आपां गल करिए जी, इहदे विच गृहस्थी संबंधां की आपूर्ति नूं पेश किया गया। फालतू औरती संग्रह की जो आपां गल करिए जी, संग्रह है फालतू औरत, उस विच अजीत कौर ने जी औरत मन दियां दबियां कुचलियां जो इछावां ने, जो उहदे सुपने ने जी, अतृप्तियां ने दी अथाह पाउण का यतन किया गया गा। फालतू औरत की आपां गल करते हैं जी, उहदे विच उहदियां मन दियां दबियां कुचलियां आशावां ने अतृप्तियां ने उहदों कह लो जी थाह पाउण का यतन किया, उहनूं दस्सण की कोशिश की गई है। औरत मन की उदासी कह लो जी तनाव, बेचैनी, भटकना, अशांति उसदियां जो कहानियां दे राहीं रूपमान किया गया अजीत कौर ने। ये कुछ दो कह लो जी एक्सट्रा अपना वेखण नूं मिलदे आ संग्रह, उन्हां दी थोड़ी जी गल कीती हुई है। कुछ विशेष गल्लां ने जी अजीत कौर के बारे, आपां उन्हां दी थोड़ी जी गल करते हैं जी। वो कह लो जी पत्रकारी दे विच पहला वर्क करते हैं, फिर पत्रकारी नूं चुनते हैं, उसकी गल की हुई है। कहानियां का विषय जी इस्तरी जीवन नाल संबंधित है। कहानियां दे विच वख-वख विषयां नूं प्रति कह लो जी हमदर्दी प्रगटाई गई है। वख-वख विषय बनते हैं जी। कहानियां का विषय इस्तरी की जो मानसिक स्थिति है उसनूं चंगी तरह पेश करते हैं जी। जां किते सवाल आवे इस्तरी की मानसिक स्थिति नूं पेश करने वाला कहानीकार कौन है, तो अजीत कौर आएगा। कहानी संग्रहां की आपां गल की हुई है। गुलबानो, महक दी मौत, बुत छिकण, फालतू औरत, सावी चिड़ियाँ, उस तो बाद मौत अली बाबे दी जी, ना मारो आदि जिहड़े संग्रह ने जो स्वै जीवनियां ने जी, दो खाना बदोश, कूड़ा कबाड़ा, उन्हों का जिक्र करते हैं जी। पंजाब सरकार ने जी 1962
ਦੇ ਵਿੱਚ ਗੁਲਬਾਨੋ ਨੂੰ ਕਹਾਣੀ ਸੰਗ੍ਰਹਿ ਲਈ ਸਨਮਾਨਿਆ ਸੀਗਾ। 86 ਦੇ ਵਿੱਚ ਜੀ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਪੰਜਾਬ ਬੋਰਡ ਦੇ ਅਨੁਸਾਰ ਜੀ ਇਹ 86 ਹੈ, ਬਟ ਜਦੋਂ ਆਪਾਂ ਨੂੰ ਡਿਟੇਲ ਗੱਲ ਕਰਦੇ ਹਾਂ ਤਾਂ 85 ਦੇ ਵਿੱਚ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਦਾ। ਹਰ ਇੱਕ ਜਗ੍ਹਾ ਵੇਖਣ ਨੂੰ ਮਿਲਦਾ। ਉਹਨਾਂ ਦੀ ਜੋ ਸਾਹਿਤ ਅਕਾਦਮੀ ਦੀ ਲਿਸਟ ਹੈ ਉਸ 'ਤੇ ਵੀ 85 ਹੈ ਉਹਨਾਂ ਨੂੰ ਅਵਾਰਡ ਮਿਲਿਆ, ਬਟ 86 ਇਹਨਾਂ ਦੀਆਂ ਪੰਜਾਬ ਬੋਰਡ ਦੀਆਂ ਕਿਤਾਬਾਂ 'ਚ ਹੈ, ਇਹ ਨੋਟ ਕਰ ਲਿਓ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ ਦਿੱਤਾ ਜਾਂਦਾ ਜੀ। ਪੰਜਾਬੀ ਸੱਥ ਦੇ ਵੱਲੋਂ ਜੀ ਵਾਰਸ ਸ਼ਾਹ ਸ਼ਹੀਦ ਵਾਰਸ ਸ਼ਾਹ ਦਾ ਪੁਰਸਕਾਰ ਦਿੱਤਾ ਜਾਂਦਾ। ਇਹ ਪੁਰਸਕਾਰ ਸੀਗੇ ਜੀ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਸੀਗੀ ਜੀ। ਇੱਕ ਪੈਰ ਘੱਟ ਤੁਰਨਾ ਜੀ ਕਹਾਣੀ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ, ਜੋ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਹੈ। ਇਸ ਕਹਾਣੀ ਦੇ ਵਿੱਚ ਕਹਿ ਲਓ ਜੀ ਦਿਲਦਾਰ ਪਾਤਰ ਰਸੀਦ ਦੇ ਦੁਆਲੇ ਘੁੰਮਦੀ ਹੈ ਜੀ। ਰਸੀਦ ਨੂੰ ਕੈਂਸਰ ਹੋ ਜਾਂਦਾ ਗਾ। ਕਹਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਡਾਕਟਰ ਰਸੀਦ ਨੂੰ ਬਿਮਾਰੀ ਦੱਸਣ ਤੋਂ ਝਿਜਕਦਾ ਗਾ। ਜਦੋਂ ਆਪਾਂ ਕੈਂਸਰ ਦੀ ਗੱਲ ਕਰਦੇ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਡਾਕਟਰ ਮਰੀਜ਼ ਨੂੰ ਦੱਸਣ ਤੋਂ ਡਰਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਮਨ 'ਤੇ ਲੈ ਗਿਆ, ਜ਼ਿਆਦਾ ਮਾਨਸਿਕ ਤੌਰ 'ਤੇ ਆ ਬਿਮਾਰੀ ਨੂੰ ਸਮਝ ਗਿਆ, ਫਿਰ ਉਹ ਜ਼ਿੰਦਗੀ ਛੇਤੀ ਖਤਮ ਕਰ ਲਏਗਾ। ਰਸੀਦ ਉਹਨਾਂ ਸੱਚਾਈਆਂ ਨੂੰ ਦੱਸਣ ਲਈ ਕਹਿੰਦਾ ਅਤੇ ਉਹਦੀ ਪਤਨੀ ਪਹਿਲਾਂ 6 ਸਾਲ ਪਹਿਲਾਂ ਮਰ ਚੁੱਕੀ ਹੈ ਜੀ। ਅਤੇ ਅਮਰੀਕਾ ਰਹਿ ਰਹੇ ਬੇਟੇ ਨੂੰ ਜੀ ਰਸੀਦ ਨੂੰ ਬਿਮਾਰੀ ਦਾ ਦੱਸਣਾ ਨਹੀਂ ਸੀ ਚਾਹੁੰਦਾ। ਹੁਣ ਰਸੀਦ ਨੂੰ ਪਤਾ, ਪਹਿਲਾਂ ਡਾਕਟਰ ਨਹੀਂ ਸੀ ਰਸੀਦ ਨੂੰ ਦੱਸਣਾ ਚਾਹੁੰਦਾ, ਹੁਣ ਰਸੀਦ ਆਪਦੇ ਬੇਟੇ ਨੂੰ ਨਹੀਂ ਦੱਸਣਾ ਚਾਹੁੰਦਾ। ਬਿਮਾਰੀ ਪਤਾ ਲੱਗਣ ਤੋਂ ਪਹਿਲਾਂ ਨੌਕਰੀ ਤੋਂ ਉਹ ਅਸਤੀਫਾ ਦੇ ਦਿੰਦਾ ਜੀ ਅਤੇ ਘਰ ਦਾ ਜ਼ਰੂਰੀ ਸਮਾਨ ਲੈ ਕੇ ਅਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਵੇਚ ਦਿੰਦਾ ਹੈਗਾ ਅਤੇ ਆਪਣੇ ਪਿੰਡ ਜਾ ਕੇ ਆਪਣੇ ਤਰੀਕੇ ਨਾਲ ਆਜ਼ਾਦ ਜ਼ਿੰਦਗੀ ਜਿਉਣ ਦਾ ਉਹ ਸੋਚਦਾ। ਉਹ ਕਬੂਤਰ ਰੱਖਦਾ, ਤੋਤੇ ਰੱਖਦਾ, ਬਿੱਲੀਆਂ ਰੱਖ ਲੈਂਦਾ ਜੀ, ਪਿੰਡ ਜਾਂਦਾ ਅਤੇ ਕਿਆਰੀਆਂ ਦੇ ਵਿੱਚ ਫੁੱਲ ਬੂਟੇ ਲਾ ਲੈਂਦਾ। ਉਹ ਸੋਚਦਾ ਕਿ ਪਰਮਾਤਮਾ ਨੇ ਬੰਦੇ ਨੂੰ ਕਿੰਨੀਆਂ ਨਿਆਮਤਾਂ ਦਿੱਤੀਆਂ ਨੇ। ਜੇਕਰ ਡਾਕਟਰ ਨੂੰ ਉਸ ਦੀ ਜ਼ਿੰਦਗੀ ਦੇ 6 ਮਹੀਨਿਆਂ ਵਾਲੀ ਗੱਲ ਨਾ ਦੱਸਦਾ ਤਾਂ ਉਸਨੇ ਇਹਨਾਂ ਸਾਰੀਆਂ ਖੂਬਸੂਰਤੀਆਂ ਨੂੰ ਮਾਨੇ ਬਗੈਰ ਹੀ ਦੁਨੀਆ ਤੋਂ ਚਲੇ ਜਾਣਾ ਸੀ। ਤਾਂ ਇਸ ਕਹਾਣੀ ਦੇ ਵਿੱਚ ਦੇਖਦੇ ਹਾਂ ਜੀ ਰਸੀਦ ਪਾਤਰ ਹੈ, ਉਸ ਨੂੰ ਕੈਂਸਰ ਹੋ ਜਾਂਦਾ ਤਾਂ ਉਹ ਬਾਹਰਲੇ ਦੇਸ਼ ਅਮਰੀਕਾ ਦੇ ਵਿੱਚ ਰਹਿੰਦਾ। ਤਾਂ ਉੱਥੋਂ ਕੀ ਕਰਦਾ, ਆਪਦੇ ਬੇਟੇ ਨੂੰ ਦੱਸੇ ਬਿਨਾਂ ਜੀ ਨੌਕਰੀ ਤੋਂ ਅਸਤੀਫਾ ਦੇ ਕੇ ਸਾਰੇ ਆਪਦੀ ਜਿੰਨੀ ਕੁ ਜਾਇਦਾਦ ਸੀ ਵੇਚ ਪੱਟ ਕੇ ਕਿੱਥੇ ਆ ਜਾਂਦਾ, ਪਿੰਡ ਰਹਿਣ ਲੱਗ ਜਾਂਦਾ। ਉੱਥੇ ਚੀਜ਼ਾਂ ਰੱਖਦਾ ਜੀ, ਕਿਹੜੀਆਂ ਕਬੂਤਰ ਰੱਖ ਲਏ, ਤੋਤੇ, ਬਿੱਲੀਆਂ, ਕਿਆਰੀਆਂ 'ਚ ਫੁੱਲ ਲਾ ਲੈਂਦਾ। ਇਸ ਤਰੀਕੇ ਨਾਲ ਉਹ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿੰਦਾ। ਤਾਂ ਫਿਰ ਕੀ ਦੇਖਦੇ ਹਾਂ ਆਪਾਂ ਕਿ ਉਹ ਕਹਿੰਦਾ ਜੇ ਡਾਕਟਰ ਉਹਨੂੰ ਨਾ ਦੱਸਦਾ ਕਿ ਵੀ 6 ਮਹੀਨੇ ਨੂੰ ਉਹਦੀ ਮੌਤ ਹੋ ਜਾਣੀ ਆ ਤਾਂ ਸ਼ਾਇਦ ਉਹ ਕਹਿੰਦਾ ਇਹ ਚੀਜ਼ਾਂ ਨੂੰ ਮਾਣ ਹੀ ਨਹੀਂ ਸਕਦਾ। ਅਚਾਨਕ ਮੌਤ ਹੋ ਜਾਂਦੀ ਤਾਂ ਉਹਨੂੰ ਪਤਾ ਵੀ ਨਹੀਂ ਸੀ ਲੱਗਾ। ਅੰਤ ਵਿੱਚ ਬੱਚੇ ਦੇ ਨਾਲ ਜੀ ਪਤੰਗ ਉਡਾਉਂਦੇ ਹੋਏ ਦਮ ਤੋੜ ਦਿੰਦਾ। ਰਸੀਦ ਨੂੰ ਹੱਸਦਿਆਂ ਖੇਡਦਿਆਂ ਦੇਖਦੇ ਹਾਂ ਜ਼ਿੰਦਾ ਦਿਲੀ ਨਾਲ ਮੌਤ ਨੂੰ ਕਬੂਲ ਕਰਦਾ ਗਏ। ਆਪਾਂ ਦੇਖਦੇ ਹਾਂ ਜੀ ਅਖੀਰਲੇ ਟਾਈਮ ਜਦੋਂ ਕਿ ਉਹਨੂੰ 6 ਮਹੀਨੇ ਮਿਲੇ ਸੀ ਤਾਂ ਉਹ ਖੇਡਦਿਆਂ ਹੀ ਬੱਚਿਆਂ ਦੇ ਨਾਲ ਪਤੰਗ ਉਡਾਉਂਦੇ ਹੀ ਜ਼ਿੰਦਗੀ ਭਾਵ ਉਹਨੂੰ ਮੌਤ ਆ ਜਾਂਦੀ ਆ। ਤਾਂ ਇਸ ਤਰ੍ਹਾਂ ਦੀ ਜ਼ਿੰਦਾ ਦਿਲੀ ਦੀ ਗੱਲ ਕੀਤੀ ਹੋਈ ਆ, ਇਹ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਜੀ ਕਹਾਣੀ ਦੇ ਵਿੱਚ ਇੱਕ ਪੈਰ ਘੱਟ ਤੁਰਨਾ ਦੇ ਵਿੱਚ। ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜੀ ਅਜੀਤ ਕੌਰ ਦੇ ਜੋ ਸੰਗ੍ਰਹਿ ਨੇ ਜੀ, ਬਾਕੀਆਂ ਚੀਜ਼ਾਂ ਨੇ ਜੋ ਧੁੱਪ ਵਾਲਾ ਸ਼ਹਿਰ ਨਾਵਲ, ਪੋਸਟਮਾਰਟਮ ਬਹੁਤ ਪ੍ਰਸਿੱਧ ਹੈ ਜੀ, ਜੋ ਪ੍ਰਸਿੱਧ ਨੇ ਜੀ ਉਹਨਾਂ ਦੀਆਂ ਚੀਜ਼ਾਂ, ਉਹਨਾਂ ਦੇ ਬਾਰੇ ਨਾਵਲ ਜਿਹੜੇ ਨੇ ਜੀ ਗੋਰੀ, ਕੱਟੀਆਂ ਲਕੀਰਾਂ, ਟੁੱਟੇ ਤਰਿੰਕਣ, ਧੂਆਂ ਆਸਮਾਨ, ਹੋਕੇ ਵਾਲੀ ਕਹਿ ਲਓ ਜੀ, ਹਨੇਰੀ, ਇਸ ਤਰ੍ਹਾਂ ਦੇ ਜੋ ਨਾਵਲ ਨੇ ਜੀ ਉਹਨਾਂ ਦੇ ਨਾਵਲ ਨੇ। ਇਹ ਕੂੜਾ ਕਵਾੜਾ ਸਵੈ ਜੀਵਨੀ ਇਹਨਾਂ ਦੀ ਗੱਲ ਕੀਤੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਕੁਲਵੰਤ ਵਿਰਕ ਜੀਵਨੀ ਲਿਖੀ ਹੈ ਜੀ, ਇਹ ਯਾਦ ਰੱਖਿਓ। ਕੁਲਵੰਤ ਵਿਰਕ ਨਾਲ ਸੰਬੰਧਿਤ ਉਹਨਾਂ ਦੀ ਜੀਵਨੀ ਹੈ। ਤਕੀਏ ਦਾ ਪੀਰ ਇਹ ਰੇਖਾ ਚਿੱਤਰ ਹੈ ਜੀ, ਇਹ ਨੋਟ ਕਰ ਲਿਓ। ਕੱਚੇ ਰੰਗਾਂ ਦਾ ਸ਼ਹਿਰ ਲੰਦਨ ਇਹ ਸਫ਼ਰਨਾਮਾ ਜੀ, ਇਹ ਨੋਟ ਕਰ ਲਿਓ। ਉਸ ਤੋਂ ਬਾਅਦ ਅਨੁਵਾਦ 2 ਕਿਤਾਬਾਂ ਨੇ ਜੀ, ਰਮਾਕਾਂਤ ਅਤੇ ਸੀਤਾਕਾਂਤ ਦੇ ਨਾਲ ਸੰਬੰਧਿਤ। ਉਹਦੇ ਵਿੱਚ ਮਹਾਂਪਾਤਰਾਂ ਦੀ ਗੱਲ ਕੀਤੀ ਹੈ, ਰੱਬ ਦੀਆਂ ਜੋ ਕਵਿਤਾਵਾਂ ਨੇ ਉਹਨਾਂ ਦਾ ਅਨੁਵਾਦ ਕੀਤਾ ਹੋਇਆ ਵੇਖਣ ਨੂੰ ਮਿਲਦਾ। ਇਹ ਥੋੜ੍ਹੀ ਜਿਹੀ ਉਹਨਾਂ ਬਾਰੇ ਜਾਣਕਾਰੀ ਸੀਗੀ। ਹੋਰ ਧੰਨਵਾਦ ਜੀ ਵੀਡੀਓ ਨੂੰ ਵੇਖਣ ਦੇ ਲਈ, ਅਤੇ ਹਮੇਸ਼ਾ ਹੀ ਇਸ ਤਰ੍ਹਾਂ ਆਪਦੇ ਨੋਟਸਾਂ ਨੂੰ ਤਿਆਰ ਕਰਦੇ ਰਹੋ ਜੀ। ਅਤੇ ਉਮੀਦ ਕਰਦਾ ਕਿ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਪਸੰਦ ਆਈ ਹੋਵੇ ਤਾਂ ਆਪਦੇ ਦੋਸਤਾਂ ਨਾਲ ਸ਼ੇਅਰ ਕਰਨਾ ਜੀ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਜਿਸ ਦੇ ਨਾਲ ਤੁਹਾਡੇ ਤੱਕ ਜਿਹੜੀਆਂ ਵੀਡੀਓ ਆਉਂਦੀਆਂ ਨੇ ਜਲਦੀ ਤੁਹਾਡੇ ਤੱਕ ਆਉਂਦੀਆਂ ਰਹਿਣ, ਪਹੁੰਚਦੀਆਂ ਰਹਿਣ ਬਿਨਾਂ ਕਿਸੇ ਰੁਕਾਵਟ ਤੋਂ ਜੀ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਕਹਾਣੀਕਾਰ ਦੇ ਨਾਲ। ਧੰਨਵਾਦ ਜੀ।